ਜਿਹੜੀ ਬੇਅਦਬੀ ਦੀ ਉਹ ਗੱਲ ਕਰੋ। ਬੇਅਦਬੀ ਗੱਲ ਸੁਣ ਲਓ। ਪਹਿਲਾਂ ਸਾਡੇ ਨਾਲ ਬਾਹਰ ਭੇਜਣਾ ਜਾਂ ਜੀ ਸਾਡਾ ਫੋਨ ਆਵਾਜ਼ ਸਕਦਾ, ਕੋਈ ਵੀ ਗੱਲ ਬੋਲ ਬਾਤ ਹੋ ਸਕਦੀ ਆ ਗਈ। ਜਿਹੜਾ ਇਹ ਬੰਦਾ ਵਾ ਪਰਮਜੀਤ ਸਿੰਘ ਨਾਮ ਦਾ ਬੰਦਾ, ਲੁਧਿਆਣੇ ਦਾ ਬੰਦਾ ਹੈ। ਪਿੱਛੋਂ ਇਹ ਲੰਗਿਆਣੇ ਤੋਂ ਲੰਗਿਆਣੇ ਤੋਂ ਜ਼ਿਲ੍ਹਾ ਮੋਗਾ। ਠੀਕ ਹੈ ਜੀ। ਇਹਦੇ ਚਾਚੇ ਤਿੰਨ ਨਵਾਂ ਲੰਗਿਆਣਾ, ਦੋ ਲੰਗਿਆਣਾ ਨੇ, ਇੱਕ ਨਵਾਂ ਲੰਗਿਆਣਾ, ਉੱਥੋਂ ਦਾ ਭਰਾ ਵੀ ਅਮਰੀਕਾ ਵਾ। ਠੀਕ ਹੈ ਜੀ। ਇਹ ਬੰਦੇ ਕਈ ਬੰਦੇ ਦਾ ਕਹਿਣਾ ਵੀ ਮੈਂ 2 ਦਿਨ ਪਹਿਲੋਂ ਉਹਦੇ ਮਨ ਦੇ ਵਿੱਚ ਘਰ ਕਰ ਲਈ ਕਿ ਇਹ ਕੰਮ ਮੈਂ ਕਰਨਾ ਹੀ ਕਰਨਾ। ਠੀਕ ਹੈ ਜੀ। ਇਹ ਬੰਦਾ 9:29 ਤੇ ਘਰੋਂ ਤੁਰਿਆ ਰਾਤ ਨੂੰ, 12:17 ਤੇ ਕੇਸਗੜ੍ਹ ਸਾਹਿਬ ਪਹੁੰਚਦਾ ਹੈ। ਰਾਸਤੇ ਦੇ ਇਹਦੇ ਟੂਲ ਪਲਾਜ਼ਿਆਂ ਦੇ ਉੱਤੋਂ ਤੇ ਮੇਨ ਮੋੜਾਂ ਦੇ ਉੱਤੋਂ CCTV ਕੈਮਰੇ ਚੈੱਕ ਕੀਤੇ ਆ। ਇਹ ਇਕੱਲਾ ਪਾਇਆ ਗਿਆ। ਇੱਕ ਥਾਂ ਕਲੀਅਰ ਨਹੀਂ ਆਇਆ, ਉੱਥੇ ਮੀਂਹ ਪੈ ਰਿਹਾ ਸੀ ਤੇ ਅੱਗੇ ਪਿੱਛੇ ਚੈੱਕ ਕੀਤਾ ਇਕੱਲਾ ਵਾ। ਗੱਡੀ ਇਹਦੇ ਕੋਲ ਨੋਵਾ ਵਾ PV 10 GX 9967। ਠੀਕ ਹੈ ਜੀ। 2018 ਮਾਡਲ। ਜਿਹੜੇ ਬੰਦੇ ਇੱਕ ਸਾਡੇ ਕੋਲੇ ਕੱਲ CCTV ਕੈਮਰੇ ਦੀ ਰਿਕਾਰਡਿੰਗ ਨਹੀਂ ਸੀ, ਇਹ ਸਾਨੂੰ ਜਦੋਂ ਸੂਚਿਤ ਕਰਤਾ ਸੀ। ਅੱਜ ਰਿਕਾਰਡਿੰਗ ਆਈ ਆ, ਇੱਕ ਬੰਦੇ ਆਲੇ ਇਸ਼ਾਰਾ ਕਰਦਾ, ਸਾਰੀ ਸੰਗਤ ਜਾਂਦੀ ਆ, 2 ਬੰਦੇ ਰਹਿੰਦੇ ਉਹਦੇ ਇਸ਼ਾਰਾ ਕਰਦਾ। ਚਲੋ ਕੋਈ ਨਾ ਜੀ, ਹੁਣ ਕਿਉਂਕਿ ਅਸੀਂ ਬਾਹਰ ਹੋ ਕੇ ਤੁਸੀਂ ਮਿਹਰਬਾਨੀ ਆ ਤੁਹਾਨੂੰ ਬਾਅਦ ਦੱਸ ਦਿਓ। ਉਹ ਬੰਦਾ ਅਸੀਂ ਵੈਰੀਫਾਈ ਕਰ ਰਹੇ ਆ, ਪੁਲਿਸ ਨੂੰ ਕਹਿੰਦਾ ਵੀ ਚੱਕੋ। ਦੂਜੀ ਗੱਲ, ਇਹ ਬੰਦਾ ਮੋਨਾ ਨਸ਼ਾ ਕਰਦਾ, ਸਰਸੇ ਵਾਲੇ ਦਾ ਪ੍ਰੇਮੀ ਆ, ਪੱਕਾ ਪਰਿਵਾਰ ਪਿਓਰ ਪ੍ਰੇਮੀ ਜਿਹਨੂੰ ਕਹਿੰਦੇ। ਇੱਥੋਂ ਤੱਕ ਪ੍ਰੇਮੀ ਆ ਵੀ ਸਰਸੇ ਦੀ 7 ਮੈਂਬਰੀ ਕਮੇਟੀ ਦੇ ਵਿੱਚ ਇਹਦੇ ਬਾਪੂ ਦਾ ਨਾਮ ਗੁਰਮੇਲ ਸਿੰਘ ਬਾਪੂ ਦਾ ਨਾਂ 7 ਮੈਂਬਰੀ ਕਮੇਟੀ 'ਚ ਕੋਈ ਐਵੇਂ ਤਾਂ ਬਣ ਨਹੀਂ ਜਾਂਦਾ। ਵਿਸ਼ਵਾਸ ਬਣਾਉਣਾ ਪਏਗਾ ਤੇ ਵਿਸ਼ਵਾਸ ਕਿੱਥੋਂ ਤੱਕ ਹੋਊਗਾ। ਦੂਜੀ ਗੱਲ, ਇਹ ਨੋਵਾ ਗੱਡੀ ਤੇ ਆਇਆ, ਪਾਰਕਿੰਗ 'ਚ ਲਾਈ ਹੈ ਗੱਡੀ ਤੇ ਚਾਬੀ ਗੱਡੀ ਦੇ ਵਿੱਚ ਪਈ ਸੀ, ਜਿੱਥੋਂ ਸਾਨੂੰ ਸ਼ੱਕ ਸੀ ਸ਼ਾਇਦ ਬੰਦਾ ਕੋਈ ਵਿੱਚ ਹੋਰ ਸੀ ਵੀ ਇਹਦੇ ਜਦੋਂ ਪੈਣ ਲੱਗਾ ਉਹ ਭੱਜ ਗਿਆ। ਜਦੋਂ ਇਹਨੂੰ ਇੰਟਰੋਗੇਟਰ ਕੀਤਾ ਪੁਲਿਸ ਨੇ ਕੀਤਾ ਜਾਂ ਅਸੀਂ ਪੁੱਛ ਲਾ ਲਿਓ, ਇਹ ਬੰਦੇ ਨੇ ਇਹ ਗੱਲ ਆਖੀ ਆ ਵੀ ਗੱਡੀ 'ਚ ਚਾਬੀ ਮੈਂ ਤਾਂ ਰੱਖ ਗਿਆ ਸੀ ਵੀ ਜੇ ਮੈਂ ਉੱਥੇ ਸੈੱਟ ਦਾ ਫੜਿਆ ਗਿਆ ਤੇ ਮੈਨੂੰ ਕੁੱਟ ਕੇ ਮਾੜਾ ਮੋਟਾ ਕੁੱਟਣਗੇ, ਮਾਰਨਗੇ, ਛੱਡ ਦੇਣਗੇ ਵੀ ਸ਼ਾਇਦ ਬੱਸ ਤੇ ਆਇਆ ਤੇ ਚਾਬੀ ਕੋਲੋਂ ਫੜੀ ਗਈ ਤੇ ਗੱਡੀ ਦਾ ਨੁਕਸਾਨ ਹੋਊਗਾ। ਗੱਡੀ ਨੇ ਸੇਵ ਕਰਦੀ ਆ, ਚਾਬੀ ਨਾਲ। ਠੀਕ ਹੈ ਜੀ। ਬਸ ਇੱਕ ਵੇਖੋ ਕਿੰਨੇ ਸ਼ਾਤਰਮਾਨ ਬੰਦਾ। ਲੁਧਿਆਣੇ ਕਿੱਥੋਂ ਸੀ ਪ੍ਰੋਪਰ? ਲੁਧਿਆਣੇ ਦੇ ਪ੍ਰੋਪਰ ਐਡਰੈਸ ਦੇ ਮਹਾਰਾਜ ਨਗਰ, ਮਹਾਰਾਜਾ ਕਿਪਸ ਮਾਰਕੀਟ ਦੇ ਕੋਲੇ, ਕਿਪਸ ਮਾਰਕੀਟ ਦੇ ਲਾਗੇ ਯੂਨੀਵਰਸਿਟੀ ਦੇ ਕੋਲੇ ਪੈਂਦੀ ਬੈਕ ਸਾਈਡ ਤੇ ਨੇੜੇ ਲੁਧਿਆਣੇ ਸਾਡਾ। ਲੁਧਿਆਣੇ ਦਾ ਵਾਸੀ ਆ, ਮਹਾਰਾਜਾ ਨਗਰ ਆ, ਹਾਊਸ ਨੰਬਰ ਹੈਗਾ ਵਾ 1849, ਗਲੀ ਨੰਬਰ 6 ਆ, ਨੀਅਰ ਸਰਕਟ ਹਾਊਸ ਆ, ਨੇੜੇ ਐਗਰੀਕਲਚਰ ਯੂਨੀਵਰਸਿਟੀ ਆ ਲੁਧਿਆਣਾ। ਇੱਕ ਅੱਜ ਇਕੱਲੇ ਹੀ ਰਹਿੰਦਾ ਸੀਗਾ ਵੀਰ? ਨਹੀਂ, ਇਹ ਘਰ ਬੱਚੇ ਨੂੰ ਹੁੰਦਾ ਇਹਦਾ, ਇੱਕ ਵਾਈਫ ਆ, ਬਾਕੀ ਸਾਰੀ ਫੈਮਿਲੀ ਦਾ ਮਾਂ ਪਿਓ, ਇਹਦਾ ਭਰਾ ਉਹ ਅਮਰੀਕਾ। ਸਾਡੇ ਗ੍ਰਹਿ ਤੋਂ 5-4 ਕਿਲੋਮੀਟਰ ਦੂਰ ਜ਼ਿਆਦਾ ਨਹੀਂ। ਇਹ ਬੰਦਾ 7 ਤਰੀਕ 8 ਮਹੀਨੇ ਦੀ 2019 ਨੂੰ 7:35 ਤੇ ਪੰਥ ਖਾਲਸਾ ਸੇਵਾ ਸੁਸਾਇਟੀ ਰਜਿਸਟਰਡ ਮੌਜੂਦਗੀ ਗਵਰਨਮੈਂਟ ਵਿਦਿਆਲਿਆ ਦੇ ਵਿੱਚ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਤੁਹਾਨੂੰ 2 ਸਾਲ ਦਾ ਰਿਕਾਰਡ ਦਿੱਤਾ ਨਾ ਜੀ। ਜਿਹੜੀ ਪੁੱਛ ਗਿੱਛ ਅਸੀਂ ਇਹ ਕਰ ਰਹੇ ਸੀ, ਗੁਪਤ ਰੱਖਣੀ ਸੀ, ਕਿਉਂ ਜ਼ਾਹਰ ਕਰਨੀ ਪਈ ਇਸ ਕੰਮ ਵਾਸਤੇ। ਠੀਕ ਆ। ਇੱਕ ਗੱਲ ਹੋਰ ਦੱਸ ਦੇ ਤੁਹਾਨੂੰ, ਇਹ ਬੰਦੇ ਨੇ ਇਹ ਕੰਮ ਕਰਨਾ ਹੀ ਕਰਨਾ ਸੀ, ਦੁਨੀਆ ਇੱਧਰ ਦੀ ਉੱਧਰ ਹੋ ਜਾਏ, ਇਸ ਕਰਕੇ ਇਸ ਬੰਦੇ ਨੇ 5 ਸਤੰਬਰ ਨੂੰ 3:30 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਲੁਧਿਆਣੇ ਤੋਂ ਅੰਮ੍ਰਿਤ ਵੀ ਛਕਿਆ। ਕਕਾਰ ਵੀ ਉੱਥੋਂ ਲੈ 2 ਤਰੀਕ ਨੂੰ ਪੁੱਛਣ ਗਿਆ ਮੈਂ ਅੰਮ੍ਰਿਤ ਛਕਣਾ, 5 ਤਰੀਕ ਨੂੰ ਕਹਿੰਦੇ ਛਕਾਵਾਂਗੇ, ਛਕਿਆ ਵਾ। ਹੁਣ ਅਸੀਂ ਸਾਡੇ 2 ਸਵਾਲ ਹੋਰ ਬਣ ਗਏ। ਪਹਿਲੇ ਸਵਾਲ ਇਹ ਆ ਵੀ ਉਹ ਕਨੈਕਟਿੰਗ ਚਿੱਟੀ ਸਕੂਟਰੀ ਤੇ ਗਿਆ ਸੀ, ਨਾਲ ਬੰਦਾ ਕਿਹੜਾ ਸੀ, ਬਾਕੀ ਇਹਦੇ ਨਾਲ ਅੰਮ੍ਰਿਤ ਛਕਿਆ ਕਿਹਨੇ ਆ। 2 ਬੰਦੇ ਵੈਰੀਫਾਈ ਕੀਤੇ ਆ, ਇੱਕ ਆਹ ਬੰਦੇ ਦਾ ਮੈਂ ਮਾਡਲ ਬਣਾਇਆ, ਇਹ ਬੰਦਾ ਇਹ ਆਪ ਆ, ਇਹਦੇ ਨਾਲ ਆ ਖੜਾ ਪੰਜਾਬੀ ਚ ਲਿਖਿਆ ਐਨਕਾਂ ਲੱਗੀਆਂ, 3:28 ਤੇ ਫੋਟੋ ਖਿੱਚੀ ਗਈ ਹੈ। ਇਹ ਬੰਦਾ ਆਈਡੈਂਟੀਫਾਈ ਕਰਨਾ ਕਿੱਥੇ ਆ, ਦੂਜਾ ਜਿਹਨੂੰ ਇਸ਼ਾਰਾ ਕੀਤਾ ਉਹ ਕਰਨਾ। 37ਵੇਂ ਨੰਬਰ ਦੇ ਨੇ ਅੰਮ੍ਰਿਤ ਛਕਿਆ, ਜਿਵੇਂ ਆਪਣਾ 65 ਬੰਦੇ ਛਕਣ ਵਾਲੇ ਸੀ, 37ਵੇਂ ਨੰਬਰ ਤੇ ਛਕਿਆ। ਨੂਰਪੁਰ ਬੇਦੀ ਤੇ ਕੋਈ ਖੇੜਾ ਕਲਮੋਟ ਕੋਈ ਪਿੰਡ ਸ਼ਹਿਰ ਨੇੜਾ ਦੂਰ ਦਾ। ਅੱਛਾ, ਇੱਕ ਹੋਰ ਵੱਡੀ ਗੱਲ,
ਉਦੋਂ ਅਮਰ ਛਕ ਕੇ ਆਇਆ, ਅਗਲੇ ਦਿਨ ਇਹਨੇ ਕਾਤਰ ਲਾ ਇਹਦੇ ਬਹਾਨੇ ਜੋ ਮਰਜ਼ੀ ਹੁਣ ਸਾਨੂੰ ਅਸਲੀਅਤ ਦੱਸਦੇ ਆ ਵੀ ਆਪਦੇ ਆਪ ਨੂੰ ਤਿਆਰ ਕਰਨਾ ਬੇਅਦਬੀ ਕਰਨੀ ਅੱਛਾ ਕਰਦਾ ਤੁਹਾਨੂੰ ਹੋਰ ਦੱਸੀਏ ਨਹੀਂ ਕਿਸੇ ਨੇ ਪ੍ਰੇਰਿਆ ਇਹਨੂੰ ਕਿ ਆਪਣੇ ਮਨੋਂ ਉਹ ਨਹੀਂ ਗੁਪਤਾ ਜੀ। ਅੱਛਾ ਵੱਡੀ ਗੱਲ ਤੁਹਾਨੂੰ ਹੋਰ ਇਨਫੋਰਮੇਸ਼ਨ ਇਹਦੇ ਮਤਲਬ ਇਹ ਇੱਕ ਗੁਰਮਤ ਵਿਦਿਆਲੇ ਚ ਰਹਿ ਕੇ ਮਤਲਬ ਪਾਠ ਸਿੱਖ ਕੇ ਉਹ ਵੀ ਸੰਸਦ ਦਾ ਪ੍ਰੋਗਰਾਮ ਉਹ ਸਾਨੂੰ ਦੱਸਦੇ ਕਲੀਅਰ ਕਰ ਦਿੰਦੇ ਆ 3-4 ਮਹੀਨੇ ਨਾ 3 ਮਹੀਨੇ ਮੈਂ ਤੁਹਾਨੂੰ ਦੱਸਦਾ 3 ਮਹੀਨੇ ਉੱਥੇ ਵੀ ਰਿਹਾ। ਮੈਂ ਤੁਹਾਨੂੰ ਦੱਸਦਾ ਜੀ ਜਿੰਨੀਆਂ ਬੇਅਦਬੀਆਂ ਹੋਈਆਂ ਹੁਣ ਤੱਕ ਇੰਨਾ ਕੁ ਕਲੀਅਰ ਸਰਟੀਫਿਕੇਟ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕਿਤੇ? ਨਹੀਂ ਨਾ ਜੀ, ਮਿਲੀ। ਅਸੀਂ ਵੇਖਣ ਵਾਲੇ ਨਹੀਂ, ਝੁਕਣ ਵਾਲੇ ਨਹੀਂ, ਅਸੀਂ ਪੰਥ ਦੇ ਆ, ਤੁਹਾਡੇ ਆ, ਤੁਹਾਨੂੰ ਸਾਰਾ ਕੁਝ ਦੱਸ ਰਹੇ ਆ। ਹਾਲਾਂਕਿ ਅਸੀਂ ਨਹੀਂ ਦੱਸਣਾ ਸੀ, ਕੁਝ ਗਲਤੀਆਂ ਕਰ ਦਿੱਤੀਆਂ ਤੁਸੀਂ ਸਿੰਘਾਂ ਨੇ। ਇਸ ਕਰਕੇ ਸਾਨੂੰ ਹੁਣ ਅਸੀਂ ਤਾਂ ਨਿਕਲੇ ਆ ਬਈ, ਸਾਰਾ ਕੁਝ ਦੱਸ ਕੇ ਜਾਵਾਂਗੇ। ਅਸੀਂ ਭਾਵੇਂ ਚੱਕੇ ਜਾਈਏ, ਸਾਨੂੰ ਕੋਈ ਨਹੀਂ। ਇਹ ਬੰਦੇ ਨੇ ਉੱਥੇ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਰਿਹਾ ਇਹ, ਠੀਕ ਆ, ਦੋਹਾਂ ਦੇ ਵਿੱਚ। ਤੇ ਉਹਨਾਂ ਦਾ ਇਹ ਕਹਿਣਾ ਵਾ ਵੀ ਜਿਹੜਾ ਵਿਹਾਰ ਸੀ ਇਹ ਕੱਟਣ ਡੇਰਾ ਪ੍ਰੇਮੀ ਸੀ, ਘੱਟ ਬੋਲਦਾ ਸੀ, ਘੱਟ ਸੁਣਦਾ ਸੀ। ਇਹਨੇ ਸਿਰਫ ਧਿਆਨ ਕਾਹਦਾ ਮਰਿਆਦਾ ਵੇਖਣੀ ਬੰਦੇ ਕੀ ਕਰਦੇ ਆ? ਧੀਰਾ ਕਿਵੇਂ ਕਰਦੇ ਗੁਰੂ ਘਰਾਂ ਦੇ ਵਿੱਚ, ਠੀਕ ਆ। ਇਹ 9 ਵਜੇ ਇਹਨਾਂ ਨੂੰ ਪਤਾ ਲੱਗਾ ਇੱਥੇ ਜਿਹੜੀ ਘਟਨਾ ਵਾਪਰੀ ਆ। 9:18 ਤੇ ਇੱਥੋਂ ਦੀ ਪੁਲਿਸ ਨੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਹਰਪ੍ਰੀਤ ਕੌਰ ਫਰਾਰ ਆ, ਉਹ ਇਹਦੀ ਧਰਮ ਬਦਲੀ, ਠੀਕ ਹੈ ਜੀ। ਕਿੰਨੇ ਬੱਚੇ ਆ ਇਹਦੇ? ਆ ਮੋਹਰ ਲੱਗੀ ਸੀ ਜੀ ਥਾਣੇ ਦੀ, ਪੇਪਰ ਅਸੀਂ ਕੋਲੋਂ ਨਹੀਂ ਲੈ ਕੇ ਗਏ ਸੀ, ਇਸ ਲਈ ਇਹ ਅੱਛਾ ਇੱਕ ਤੁਹਾਨੂੰ ਹੋਰ ਇਹਨੂੰ ਫੰਡਿੰਗ ਕਿੱਥੋਂ ਹੋਈ ਆ? ਇਹਦੀਆਂ ਉਹ ਜਿਹੜੀਆਂ ਹੁੰਦੀਆਂ ਸਟੇਟਮੈਂਟਾਂ ਤੁਸੀਂ ਕਰਵਾਉਣੀਆਂ ਹੈ 9 ਸਾਲ ਦਾ 9 ਸਾਲ ਦਾ ਇਹਦੀ ਆਪਦੀ ਉਮਰ 38 ਸਾਲ ਦੀ ਹੈ ਜੀ। ਬੈਂਕ ਸਟੇਟਮੈਂਟ ਕੋਈ ਬੰਦਾ ਕਿਸੇ ਦੀ ਕਢਾ ਨਹੀਂ ਸਕਦਾ। ਜੇ ਸਾਡਾ ਜ਼ੋਰ ਪਿਆ, ਸਾਡਾ ਉਹਨਾਂ ਨੇ ਅਸੀਂ ਕਢਵਾ ਕੇ ਲਈ ਆ। ਹਰੇਕ ਮਹੀਨੇ ਦੇ ਵਿੱਚ 70 ਤੋਂ 80 ਹਜ਼ਾਰ ਰੁਪਇਆ ਇਹਨੂੰ ਖਰਚਾ ਆਉਂਦਾ, ਚਾਹੇ ਇਹਦਾ ਪਰਿਵਾਰ ਭੇਜਦਾ, ਚਾਹੇ ਇਹਨੂੰ ਕੋਈ ਭੇਜਦਾ। ਹਾਲਾਂਕਿ ਇਹਦਾ ਪਰਿਵਾਰ ਕੱਟੜ ਸਰਸੇ ਵਾਲੇ ਦੇ ਪ੍ਰੇਮੀ ਆ। ਤੁਸੀਂ ਇਹ ਕੱਲੀ ਸਟੇਟਮੈਂਟ ਵੀ ਚੈੱਕ ਕਰ ਸਕਦੇ ਆ। ਇਹਦਾ ਵਿਆਹ ਉਹ ਸਰਸੇ ਉੱਥੇ ਦੇ ਜਿਹੜੇ ਬਾਬੇ ਦੇ ਥੋੜੀ ਮਰਜ਼ਾਦਾ ਗੁਰੂਆ ਸਭ ਲਿਖੇ ਹੋਇਆ। ਮਤਲਬ ਇੱਥੋਂ ਪਤਾ ਲੱਗਦਾ ਕਿ ਜਿੰਨੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਸਾਰੀਆਂ ਦਾ ਕਨੈਕਸ਼ਨ ਰਾਜੇ ਇਹ ਸਭ ਤੋਂ ਸਰਦਾਰ ਸਾਹਿਬ ਨਾਲ ਜਾ ਰਹੀ ਹੈ। ਪੰਥ ਨੂੰ ਬੜੇ ਇਸ ਕੰਮ ਦੇ ਕੋਸ਼ਿਸ਼ ਕਰਨਾ ਚਾਹੀਦਾ, ਪੰਥ ਨੂੰ ਇਸ ਪਾਸੇ ਕਰਨਾ ਚਾਹੀਦਾ ਕਿ ਆਪਾਂ ਸਰਸੇ ਵਾਲੇ ਨਾਲ ਕਿਵੇਂ ਨਹੀਂ ਹੁਣ ਕਹਿਣ ਦੀਆਂ ਗੱਲਾਂ ਆਪਸੀ ਲੜਾਈ ਨੂੰ ਛੱਡ ਕੇ ਸਾਡੇ ਕੋਲੇ ਹੁਣ ਪੈਨ ਨਹੀਂ ਹੈਗਾ। ਆ ਮੈਂ ਆਪਦਾ ਫੋਰਵਰਡ ਰੱਖਦਾ ਹੁੰਦਾ, ਕੋਈ ਸਮਝੇ ਨਾ, ਮੈਨੂੰ ਨਹੀਂ ਪਤਾ ਹੋਊਗਾ। ਆ ਜਿਹੜਾ ਇਹ ਦਰਬਾਰ ਸਾਹਿਬ ਬਣਾਇਆ ਹੋਇਆ ਸੱਚਖੰਡ ਸਾਹਿਬ, ਇਹਦੇ ਵਿੱਚ ਆ ਇੱਥੇ ਬੈਠਾ ਨਾਲ ਬੰਦਾ ਬੈਠਾ, ਮੈਂ ਲੱਗਿਆ ਇਸ਼ਾਰਾ ਕੀਤਾ ਕਿ ਜਦੋਂ ਮੈਂ ਵੀਡੀਓ ਵੇਖੀ ਮੈਂ ਨੋਟ ਕਰ ਲਿਆ ਇਸ਼ਾਰਾ ਹੋ ਗਿਆ। ਉਹਨਾਂ ਨੂੰ ਕਿਹਾ ਬਾਈ ਜੀ ਬੰਦਾ ਸਾਨੂੰ ਚਾਹੀਦਾ ਹੁਣ ਲਿਆਉਣਗੇ ਜਿੱਥੋਂ ਮਰਜ਼ੀ ਲਿਆਉਣ, ਸਾਨੂੰ ਕੀ, ਸਾਨੂੰ ਬੰਦਾ ਚਾਹੀਦਾ। ਇੱਕ ਬੰਦਾ ਇਹ ਚਾਹੀਦਾ, ਦੂਜੇ ਬੰਦਾ ਜਿਹੜਾ ਇਹਦੇ ਨਾਲ ਖੜਾ ਉਹ ਚਾਹੀਦਾ। ਬਾਬਾ ਜੀ ਸਵਾਲ ਸੀ ਸਰਸੇ ਵਾਲੇ ਨੂੰ ਮਾਫੀ ਨਾਮਾ ਕਿੰਨੇ ਦਿੱਤਾ ਸੀਗਾ? ਸਰਸੇ ਵਾਲੇ ਨੂੰ ਯਾਰ ਪਹਿਲਾਂ ਆਹ ਮਸਲਾ ਹੱਲ ਰੱਖਣੇ ਆ। ਪਹਿਲਾਂ ਮੁੱਦਾ ਦਾ ਗੱਲ ਸਰਸੇ ਵਾਲਾ ਨੂੰ ਪਤਾ ਹੀ ਸਾਰਿਆਂ ਨੂੰ। ਅਸੀਂ ਉਸ ਕਮੇਟੀ ਚ ਸਾਨੂੰ ਇਸ ਕਮੇਟੀ ਚ ਲਾਇਆ। ਸਾਡਾ ਫਰਜ਼ ਆ ਤੁਹਾਨੂੰ ਸਪਸ਼ਟੀਕਰਨ ਦੇਣ ਦਾ, ਅਸੀਂ ਕਾਰਜ ਕੀ ਕੀਤੇ। ਤੁਹਾਡਾ ਕੋਈ ਇਸ ਕੇਸ ਸੰਬੰਧੀ ਕੋਈ ਸਵਾਲ ਆ ਤੇ ਸਾਨੂੰ ਤੁਸੀਂ ਕਰ ਸਕਦੇ ਹੋ। ਹਾਂਜੀ ਇਹ ਜਿਹੜੇ ਦੋ ਜਦੋਂ ਦਰਬਾਰ ਸਾਹਿਬ ਮਹਾਰਾਜ ਸਰੂਪ ਕਈ ਗੱਲਾਂ ਨਾ ਤੇ ਦੋਏ ਬੰਦੇ ਬੈਠੇ ਪੂਜਾ ਬੈਠੇ ਕਈ ਗੱਲਾਂ ਇਹਦੀਆਂ ਜਿਹੜੀਆਂ ਹਜੇ ਮੈਂ ਮਤਲਬ ਤੁਹਾਨੂੰ ਦੱਸਦਾ ਬੰਦੇ ਦੋਸਤ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਬੰਦਾ ਤੁਹਾਨੂੰ ਉਹ ਦੋਸਤ ਬੰਦੇ ਉਹ ਆਉਣ ਆਓ ਪੁੱਛ ਕੇ ਹਾਂਜੀ ਭਾਈ ਇਹ 17 ਤਰੀਕ 11ਵੇਂ ਮਹੀਨੇ ਦੀ 2019 ਨੂੰ ਉੱਥੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਗਿਆ। 2019 ਦੇ ਵਿੱਚ ਹਰਪ੍ਰੀਤ ਕੌਰ ਇਹਦੇ ਘਰ ਵਾਲੀ ਲੈ ਕੇ ਉਹਦੀ ਜ਼ਿੰਮੇਵਾਰੀ ਤੇ ਸਤਨਾਮ ਸਿੰਘ ਚੰਦੜ ਪਿੰਡ ਦਾ ਜਿਹਦੇ ਕੋਲੇ ਗਿਆ, ਉਹਦੇ ਥੱਲੇ ਪ੍ਰਗਟ ਸਿੰਘ ਕੰਮ ਕਰਦਾ, ਉਹਦੇ ਥੱਲੇ ਬਿੱਲਾ ਤੇ ਗੱਤੇ 2 ਬੰਦੇ ਕੰਮ ਕਰਦੇ ਆ। ਅਸੀਂ ਇਹ ਚੀਜ਼ ਦਾ ਹੱਲ ਕਰਨ ਵਾਸਤੇ 2 ਸਾਲ ਪਹਿਲਾਂ ਕਿਹਦੇ ਕੋਲੇ ਨਸ਼ਾ ਛੁਡਾਊ ਕੇਂਦਰ ਕਰਨ ਗਏ, ਇਹ ਵੀ ਬੰਦੇ ਚੱਕੇ ਹੋਏ ਆ। ਬਾਈ ਜੀ ਹੁਣ ਮੂੰਹ ਤੇ ਆ, ਅਸੀਂ ਬੰਦੇ ਚਾਹੇ ਉਹਨਾਂ ਨੂੰ ਪੁੱਛਿਆ ਲਿਸਟ ਕੀਤੇ ਹੋਏ ਆ ਵੀ ਸਾਨੂੰ ਬੰਦੇ ਚਾਹੀਦੇ ਆ। ਇਹਦਾ ਵਿਹਾਰ ਸੀ ਕਿਵੇਂ ਰਿਹਾ, ਕੀ ਇਹਦੀ ਥਿੰਕਿੰਗ ਸੀ ਕਿ ਬੋਲਚਾਲ ਸੀ, ਸਭ ਕੁਛ। ਇਸ ਕਰਕੇ ਦੇਖੋ ਮਸਲਾ ਹੈ ਨਾ ਗੰਭੀਰ, ਉਹਨੂੰ ਇਹ ਵੀ ਕਰਦਾ ਵੀਰ ਜੀ ਇੱਕ ਮਿੰਟ ਬੰਦਾ ਪ੍ਰੀ ਪਲਾਨ
ਬੰਦਾ ਬਹੁਤ ਸ਼ਾਤਰ ਹੈ। ਇਹ ਵੇਖੋ ਸਾਰਿਆਂ ਨੂੰ ਪਤਾ ਉਹ ਇੱਥੋਂ ਤੱਕ ਆਉਂਦਾ ਹੈ ਵੀ ਮੈਂ ਐ ਕੀਤਾ। ਜਦੋਂ ਉਹ ਤਾਂ ਇੱਥੋਂ ਸਵਾਲ ਕਰੀਦਾ ਵੀ ਇੱਥੋਂ ਅੱਗੇ ਕਿੱਧਰ ਸੂਈ ਜਾਂਦੀ ਆ, ਉੱਥੇ ਜਾ ਕੇ ਉਹ ਚੁੱਪ ਕਰ ਜਾਂਦਾ। ਸਾਡਾ ਇਹ ਸਵਾਲ ਸਾਡੇ ਮਨ ਦੇ ਵਿੱਚ ਇਹ ਸਵਾਲ ਆਇਆ ਸੀ, ਇਹ ਬੰਦਾ ਇਕੱਲਾ ਇਹ ਕੰਮ ਨਹੀਂ ਕਰ ਸਕਦਾ। ਜਦੋਂ ਸੀਸੀਟੀਵੀ ਕੈਮਰੇ ਵੇਖ ਕੇ ਸਾਰੇ ਇਕੱਲਾ ਸ਼ੋਅ ਆਇਆ ਸੀ, ਫਿਰ ਮੁੜ ਕੇ ਹੋਰ ਸਵਾਲ ਪ੍ਰਸ਼ਾਸਨ ਨੂੰ ਇੱਕ ਕਰਤਾ। ਸਵਾਲ ਆ ਹਾਂਜੀ ਜਿਹਨੂੰ ਤੁਸੀਂ ਕਹਿੰਦੇ ਇਸ਼ਾਰਾ ਕੀਤਾ ਜੀ, ਬਾਈ ਉਹਨੂੰ ਜਵਾਬ ਦਿੰਨੇ ਇਹਦਾ। ਉਹ ਐਸਡੀਪੀ ਦਾ ਮੁਲਾਜ਼ਮ ਸੀ ਜਾਂ ਨਹੀਂ, ਗੱਲ ਸੁਣ ਲਓ ਨਾ, ਗੱਲ ਸੁਣ ਲਓ। ਠੀਕ ਹੈ। ਅਸੀਂ ਪ੍ਰਸ਼ਾਸਨ ਨੂੰ ਕਿਹਾ ਜ਼ਰੂਰੀ ਨਹੀਂ ਬੰਦਾ ਇਹਦੇ ਨਾਲ ਹੀ ਆਇਆ ਹੋਵੇ, ਬੰਦਾ ਬੱਸ ਰਾਹੀਂ ਵੀ ਆ ਸਕਦਾ 2 ਘੰਟੇ ਪਹਿਲਾਂ। ਜਿਹੜੇ ਬੰਦੇ ਨੂੰ ਨੇ ਇਸ਼ਾਰਾ ਕੀਤਾ ਉਹ ਕੈਮਰੇ 'ਚ ਜਿਹਦਾ ਬੰਦਾ ਕੌਣ ਆ, ਪਰ ਐ ਨਹੀਂ ਜਿਹਦਾ ਹੈ ਕੌਣ। ਅਸੀਂ ਉਹਨਾਂ ਨੂੰ ਦੱਸਤਾ ਵੀ ਆਹ ਬੰਦਾ ਚਾਹੀਦਾ। ਉਹ ਬੰਦਾ ਉੱਥੋਂ ਉੱਠ ਕੇ ਕਿੱਥੇ ਗਿਆ, ਹੁਣ ਕਿੱਥੇ ਉਹ ਪਤਾ ਲੱਗ ਕੱਲ ਨੂੰ ਸ਼ਾਇਦ ਲੱਗ ਜਾਵੇ ਪਤਾ। ਕੱਲ ਨੂੰ ਪਤਾ ਲੱਗ ਜਾਊਗਾ। ਤੇ ਬਾਕੀ ਇਹਦਾ ਡੈਡੀ 2020 ਦੇ ਵਿੱਚ ਇੰਡੀਆ ਆਉਂਦਾ, ਮਾਰਚ ਦੀ ਗੱਲ ਆ। ਜਿਹੜੇ ਮਾਰਚ 'ਚ ਨੰਬਰ ਇੱਧਰ ਆਏ ਆ, ਉਹਦੇ ਵਿੱਚ 3 ਬੰਦਿਆਂ ਦੇ ਨੰਬਰ ਅਸੀਂ ਕੱਢੇ ਆ, ਸਿੰਗਲਾ ਪ੍ਰੇਮੀ, ਕਮਲ ਪ੍ਰੇਮੀ, ਪੂਰਨ ਪ੍ਰੇਮੀ। ਉਹਨਾਂ ਦੇ ਫੋਨ ਨੰਬਰ ਨਹੀਂ ਅਸੀਂ ਦੇ ਸਕਦੇ। ਮੇਨ ਸਵਾਲ ਸਾਡੇ ਕੱਲ ਦੇ ਇਹ ਸੀ, ਸੀਸੀਟੀਵੀ ਵੀਡੀਓ ਚਾਹੀਦੀਆਂ, ਉਹ ਸਾਨੂੰ ਮਿਲ ਗਈਆਂ ਜੀ, ਅਸੀਂ ਵੈਰੀਫਾਈ ਕੀਤੀਆਂ। ਸਾਨੂੰ ਇਹਨਾਂ ਦੇ ਬੰਦੇ ਚਾਹੀਦੇ ਸੀ ਮੇਨ ਜਿੱਥੇ ਰਿਹਾ, ਕਿੰਨਾ ਨੂੰ ਮਿਲਦਾ ਰਿਹਾ, ਉਹ ਸਾਡੇ ਸਾਹਮਣੇ ਇੱਥੋਂ ਤੱਕ ਕਿ ਕੀ ਇਹਨਾਂ ਦੇ ਨਾਨਕੇ ਵੀ ਚੱਕ ਲਏ। ਮਾਮਾ ਵੀ ਦਾ ਹੈ। ਠੀਕ ਹੈ ਜੀ। ਹਾਂ, ਘਰ ਵਾਲੀ ਉਹ ਕੱਲ ਨੂੰ ਆ ਜੂ। ਕੋਸ਼ਿਸ਼ ਆ ਵੀ ਕੱਲ ਨੂੰ ਮਿਲ ਜੂ। ਲਾਸਟ ਕਾਲ ਇਹਦੀ ਹੋਈ ਆ 9:29 ਤੇ ਨਿਰਮਲ ਨਗਰ ਲੁਧਿਆਣੇ ਦੇ ਵਿੱਚ। ਇਹਨੇ ਘਰ ਵਾਲੀ ਨੂੰ ਕੀਤੀ ਹੋਈ ਆ ਨਿਰਮਲ ਨਗਰ ਨੇੜੇ ਹੀ ਆ, ਪਿੱਛੇ ਬੈਕ ਸਾਈਡ ਤੇ ਇਹਨਾਂ ਦੇ ਆ ਬੈਕ ਸਾਈਡ ਤੇ ਡੁਗਰੀ ਆ ਨਿਰਮਲ ਚਲੋ ਨਗਰ। ਕੋਈ ਨਾ, ਉਹ ਇੱਕ ਵੱਖਰੀ ਸਾਡੀ ਗੱਲ ਹੈਗੀ ਆ। ਪਤਨੀ ਦੀ ਜਿਹੜੀ ਵਾਈਫ ਆ ਉਹਦੀ PhD ਕੀਤੀ ਹੋਈ ਆ। ਠੀਕ ਹੈ ਜੀ। ਇਹ ਪੰਜ ਉਹ ਪੜ੍ਹਿਆ ਪੜਿਆ ਹੋਏਗਾ। ਉਹ ਬਠਿੰਡੇ ਦੀ ਰਹਿਣ ਵਾਲੀ ਆ, ਆਦਰਸ਼ ਨਗਰ ਬਠਿੰਡਾ। ਪਤਨੀ ਪੱਕੇ ਸਰਸੇ ਵਾਲੇ ਕੀ ਦਾ ਉਹ ਪਤਨੀ ਦਾ ਨਾਂ ਹਰਪ੍ਰੀਤ ਕੌਰ ਆ, ਪਿਓ ਦਾ ਨਾਂ ਹਰਨੇਕ ਸਿੰਘ ਆ, ਮਾਤਾ ਦਾ ਨਾਂ ਸੁਖਵਿੰਦਰ ਕੌਰ ਆ, ਵਾਸੀ ਬਠਿੰਡਾ ਆਦਰਸ਼ ਨਗਰ ਪੱਕੇ ਸਰਸੇ ਵਾਲੇ। ਇਹਦੀ ਇੱਕ ਭੈਣ ਆ ਕੁਲਦੀਪ ਕੌਰ, ਵਿਆਹੀ ਹੋਈ ਆ ਮਨਪ੍ਰੀਤ ਸਿੰਘ ਨੂੰ, ਵਾਸੀ ਧੂਰਕੋਟ ਰਣਸੀ, ਪ੍ਰਾਈਵੇਟ ਮਾਸਟਰ ਆ। ਇਹ ਮੈਂ ਜਾਣਕਾਰੀ ਤੁਹਾਨੂੰ ਦੇਣੀ ਸੀ। ਨਾਨਕੇ ਛੋਟੇ ਭੁੱਲ ਗਏ ਆ ਜੀ, ਉਹ ਹੁਣ ਲੁਧਿਆਣੇ ਹੀ ਰਹਿੰਦੇ ਆ। ਠੀਕ ਹੈ ਜੀ। ਬਾਕੀ ਉਹਨਾਂ ਦੇ ਨਾਮ ਨੂੰ ਸਾਰਾ ਕੁਝ ਤੇ ਇਹ ਅਸੀਂ ਪਹਿਲਾਂ ਹੀ ਕਲੀਅਰ ਕਰ ਲਿਆ ਸੀ। ਸਾਡੇ ਕੋਲ ਇਹਨਾਂ ਦੇ ਬਾਹਰਲੇ ਨੰਬਰ ਅਮਰੀਕਾ ਦੇ, ਇੱਧਰਲੇ ਸਾਰਾ ਕੁਝ। ਇਹ ਜ਼ੁਬਾਨੀ ਮੁਜਰਮ ਦੀ ਆ, ਅਸੀਂ ਨਹੀਂ ਉਹਨੂੰ ਧੱਕੇ ਨਾ ਗਿਆ। ਤੇ ਆਹ ਉੱਤੇ ਅੰਡਰਲਾਈਨ ਮੇਨ ਗੱਲ ਲਿਖੀ ਹੋਈ ਆ ਵੀ ਸਾਰੇ ਕੇਸ ਨੂੰ 2 ਦਿਨ ਪਹਿਲਾਂ ਹੀ ਸੋਚਦਾ ਸੀ ਮੈਂ ਕਰਨਾ ਹੀ ਕਰਨਾ, ਪਰ ਸੋਚਿਆ ਕਿ ਉਹਦੀ ਇਹ ਨਹੀਂ ਦੱਸਦਾ। ਇਹ ਨਹੀਂ ਦੱਸਦਾ। ਸਾਡੇ 84 ਤੋਂ ਬਾਅਦ ਖਾੜਕੂ ਲਹਿਰ ਚੱਲੀ ਆ। ਹਾਂਜੀ। ਖਾੜਕੂਆਂ ਦੇ ਵਿੱਚ ਇਹ ਗੱਲ ਦੱਸੀ ਜਾਂਦੀ ਸੀ ਵੀ ਵੱਡੇ ਤਾਂ ਜਾਇਓ ਪਰ ਬੰਦੇ ਦਾ ਨਹੀਂ ਦੱਸਣਾ। ਉਹ ਦੁਸ਼ਮਣ ਦੇ ਵਿੱਚ ਵੀ ਬਿਮਾਰੀ ਹੋ ਸਕਦੀ ਆ ਵੀ ਮਾਰਿਆ ਤਾਂ ਜਾਈ, ਵੱਢਿਆ ਜਾਈ, ਕਰੰਟ ਵਾਲਾ ਕਰ ਦੇਣਗੇ ਬੇਹੋਸ਼, ਪਰ ਦੱਸਣਾ ਨਹੀਂ। ਉਹ ਬੰਦਾ ਮੂੰਹ ਨਹੀਂ ਖੋਲਦਾ ਤੇ ਯਾਰ ਕੀ ਕਰਾਂਗੇ। ਤੁਹਾਨੂੰ ਇੰਨਾ ਕੁਝ ਦੱਸਦਾ। ਹੁਣ ਮੇਨ ਗੱਲ, ਅੱਜ ਦੇ ਸਣੇ 2 ਦਿਨ ਮਿਲੇ ਸੀ ਸਾਨੂੰ। ਸੰਗਤ ਦਾ ਧੰਨਵਾਦ, ਉਹਨਾਂ ਨੇ ਕਮੇਟੀ ਚ ਪਾਤਾ। ਤੁਸੀਂ ਦੱਸੋ ਕਿਸੇ ਵੱਲੋਂ ਕੋਈ ਘਾਟ ਰਹੀ ਆ? ਠੀਕ ਆ, ਫਿਲਹਾਲ ਹੁਣ ਤੱਕ ਠੀਕ ਜਿੰਨੀ ਆ। ਜ਼ਿੰਮੇਵਾਰੀ ਬਣਦੀ ਆ। ਹਾਂਜੀ। ਜ਼ਿੰਮੇਵਾਰੀ ਕੀ ਬਣਦੀ ਆ? ਬੰਦਾ ਸਾਹਮਣੇ ਲਿਆਓ ਬਾਈ ਜੀ, ਹੁਣੇ ਗੱਲ ਲਾ ਦਿੰਦੇ ਆ। 1 ਮਿੰਟ ਨਹੀਂ ਲਾਉਂਦੇ, ਹੁਣੇ ਤੋਂ ਲਾ ਦਾਂਗੇ। ਪਰ ਬੰਦਾ ਪੁਲਿਸ ਕਸਟਡੀ ਚ ਇੰਨਾ ਕੁਝ ਵੀ ਸਾਨੂੰ ਪੁੱਛਣ ਦੇਤਾ। ਅਸੀਂ ਤਾਂ ਇਹ ਵੀ ਅਸੀਂ ਜੜ ਤੱਕ ਜਾਣਾ, ਜੜ ਤੱਕ ਅਸੀਂ ਬਹੁਤ ਦੂਰ ਤੱਕ ਉੱਠ ਵੀ ਗਏ ਆ, ਪਰ ਹਜੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਸਹੀ ਜਾ ਰਹੇ ਹੋ ਜੀ। ਦੁਪਹਿਰੇ ਤੁਹਾਡੇ ਨਾਲ ਗੱਲ ਹੋਈ ਸੀ ਸਿੰਘੋ, 2 ਜਵਾਨਾਂ ਹੋਈਆਂ। ਪੁਲਿਸ ਪ੍ਰਸ਼ਾਸਨ ਨੇ ਜਵਾਨ ਦਿੱਤੀ ਆ ਅਮਰਤਪਾਲ ਸਿਆ, ਜੋ ਕਹੇਗਾ ਕਰੀ ਜਾਵਾਂਗੇ ਤੇਰੇ ਕਹਿਣ ਤੇ, ਜਿਹਨੂੰ ਕਹੇਗਾ ਚੱਕ ਦਾਂਗੇ ਤੇਰੇ ਬੰਦੇ। ਹੱਲਾ ਗੁੱਲਾ ਤਾਂ ਨਹੀਂ ਕਰਦੇ। ਮੈਂ ਕਹੀ ਜਵਾਨ ਆ ਸਿੰਘ ਦੀ, ਨਹੀਂ ਕਰਦੇ। ਜੇ ਕਰਤਾ ਆਪਾਂ ਨੂੰ ਬਾਹਰ ਆਪਾਂ ਘਰੇ ਉੱਠ ਜਾਾਂਗੇ। ਪਰ ਮੈਨੂੰ ਵੀ ਜਵਾਨ ਦਿਓ ਵੀ ਸਾਡੇ ਸਿੰਘ ਤੁਹਾਡੇ ਨਾਲ ਰਹਿਣਗੇ, ਵੀ ਸਾਨੂੰ ਇਹ ਚੀਜ਼ ਦਾ ਇਨਸਾਫ ਮਿਲੂਗਾ। ਕਹਿੰਦੇ ਹਾਂ। ਉਹ ਯਾਰੋ ਅਸੀਂ ਬੰਦਾ ਸਾਹਮਣੇ ਪਾ ਕੇ ਪੁੱਛ ਗਿੱਛ ਕਰੀ ਜਾਂਦੇ, ਤੁਸੀਂ ਇੱਥੇ ਭਈਆਂ ਦੇ ਸਿਰ ਪਾੜਦੇ। ਅਸੀਂ ਮੰਨਦੇ ਉਹਨਾਂ ਨੇ ਬੇਅਦਬੀ ਕੀਤੀ ਆ, ਮੰਨਦੇ ਆ। 8 ਵਜੇ ਦਾ ਟਾਈਮ ਸੀ ਬਾਈ ਜੀ, ਠੀਕ ਲੈਂਦੇ। ਅਸੀਂ ਮਰ ਤਾਂ ਨਹੀਂ ਗਏ ਸੀ, ਸਾਡਾ ਮੁਕਾਬਲਾ ਤਾਂ ਨਹੀਂ ਹੋ ਗਿਆ। ਸਾਡੇ ਬੰਦਾ ਸਾਹਮਣੇ ਬੈਠਾ ਤੇ ਸਾਨੂੰ ਉੱਥੇ ਹੀ SSP ਸਾਹਿਬ ਨੇ ਕਹਿਤਾ ਆਹ ਵੇਖ ਕਹਿੰਦਾ ਨਹੀਂ ਉਹ ਦੇਖੋ ਉੱਥੇ ਦਾ ਮਾਮਾ ਪਾਇਆ ਸੀ, ਉਹਦੇ ਜਿਹੜੇ ਉਹ ਬੰਦੇ ਆ ਜੀ ਸਾਰੇ ਭਾਈ ਸੀ, ਉਹਨਾਂ ਦਾ ਸਵਾਲ ਜਵਾਬ ਹੋ ਰਹੇ ਸੀ। ਜਦੋਂ ਇੱਥੇ ਗਏ ਉਹ ਕਹਿੰਦੇ ਚਲੋ ਚੱਲੀਏ ਜੀ। ਵਾਹਿਗੁਰੂ ਮੇਰੀ ਗੱਲ ਸੁਣ, ਮੈਂ ਤੁਹਾਡੀ ਗੱਲ ਕਰਦਾ। ਇੱਥੇ ਬੇਨਤੀ ਹੈ, ਤੁਸੀਂ ਆਪਣੀ ਜਗ੍ਹਾ ਸਹੀ ਹੋ, ਪਾਸੇ ਜੀ ਵਧੀਆ ਕੰਮ ਕਰਦੇ ਹੋ, ਪਹਿਲਾਂ ਵੀ ਕਾਰਜ ਕੀਤੇ ਨੇ, ਠੀਕ ਹੈ ਨਾ।
ਜਿਹੜੀ ਆਹ ਕੀਤੀ ਆ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਸਾਡੇ ਵਿੱਚੋਂ ਹੀ ਕੋਈ ਸ਼ਰਾਰਤ ਕਰ ਗਿਆ। ਕਹਿਣ ਦਾ ਮਤਲਬ ਇਹ ਆ ਵੀ ਹੋ ਸਕਦਾ ਭੇਖੀ ਬਹੁਤ ਤੁਰੇ ਫਿਰਦੇ ਨੇ, ਕਿਹੜਾ ਕਿੱਧਰ ਰਲਿਆ ਹੋਇਆ ਕੁਝ ਨਹੀਂ ਕਹਿ ਸਕਦੇ ਆਪਾਂ। ਤੁਹਾਡੀ ਮੂਵਮੈਂਟ ਸਹੀ ਚੱਲ ਰਹੀ ਆ, ਪ੍ਰਸ਼ਾਸਨ ਤੁਹਾਡੀ ਮੂਵਮੈਂਟ ਸਹੀ ਚੱਲ ਰਹੀ ਆ। ਜਿਹੜੇ ਤੁਸੀਂ ਕੱਲ ਪਰਸੋਂ ਬਿਆਨ ਦਿੱਤੇ, ਮੇਰੀ ਬੇਨਤੀ ਸੁਣ ਲਓ ਪਹਿਲਾਂ, ਉਹ ਇੱਥੇ ਵੀ ਸੀਆਈਡੀ ਫਿਰਦੀ ਹੋਣੀ, ਸਾਰੇ ਫਿਰਦੇ ਆ, ਕੱਲੀ ਤੁਹਾਡੇ ਪੁਆਇੰਟ ਨੋਟ ਕਰਦੇ ਆ ਵੀ ਤੁਸੀਂ ਸਹੀ ਦਿਸ਼ਾ ਚ ਕਰ ਰਹੇ ਹੋ। ਕਈ ਵਾਰੀ ਸਾਹਮਣੇ ਨਹੀਂ ਚਾਹੁੰਦਾ ਵੀ ਤੁਸੀਂ ਸਹੀ ਦਿਸ਼ਾ ਚ ਭੜਕਾਉਣ ਤੇ ਮਾਰ ਕੇ, ਇਹ ਵੀ ਚੀਜ਼ ਹੋ ਸਕਦੀ ਨਹੀਂ ਹੈ। ਹੈ ਹੀ। ਆਪਾਂ ਇਸ ਚੀਜ਼ ਨੂੰ ਵੀ ਦੇਖੀ ਨੋਟ ਕਰੀਏ, ਤੁਹਾਨੂੰ ਇਸ ਮਾਰਗ ਤੋਂ ਅਲੱਗ ਕਰਨ ਵਾਸਤੇ ਵੀ ਚਾਲ ਹੋ ਸਕਦੀ ਹੈ ਵੀ ਯਾਰ ਪਾਸੇ ਇੱਕ ਮਿੰਟ ਮੈਂ ਤੁਹਾਨੂੰ ਇੱਕ ਬਾਈ ਇਹ ਹੁਣ ਜ਼ਿੰਮੇਵਾਰੀ ਬਣਦੀ ਹੈ ਤੁਹਾਡੀ ਸਾਰਿਆਂ ਦੀ। ਬਿਲਕੁਲ ਜੇ ਕੋਈ ਮਤਲਬ ਵੱਧ ਘੱਟ ਕਰਦਾ ਤਾਂ ਉਹਨੂੰ ਆਪ ਰੋਕੋ ਬਈ ਮੇਰੇ ਇਹ ਕੰਮ ਕਰਨਾ। ਦੇਖੋ ਜਦੋਂ ਵਾਹਿਗੁਰੂ ਜੀ ਅਸੀਂ ਆਏ ਆ ਨਾ, ਜਦੋਂ ਅਸੀਂ ਆਏ ਆ ਉਦੋਂ ਪਹਿਲਾਂ ਹੋ ਚੁੱਕਿਆ ਸੀ ਕੰਮ, ਅਸੀਂ ਮਾਰੇ ਹਜ਼ੂਰੀ ਸੀਗਾ, ਆ ਕੇ ਪਤਾ ਲੱਗਿਆ। ਸਾਡਾ ਕਹਿਣ ਦਾ ਮਤਲਬ ਸੀ ਇੱਕ ਸਿੰਘ ਨੂੰ ਹੁਣ ਮੈਂ ਥੋੜੇ ਆਉਣ ਤੋਂ ਪਹਿਲਾਂ ਮੇਰੀ ਸਮਾਂ ਥੋੜਾ ਸੁਣ ਲਓ, ਬੇਨਤੀ ਸੁਣ ਲਿਆ ਕਿ ਮੈਂ ਥੋੜੀ ਗੱਲ ਸਮਝਾਉਂਦਾ ਹੀ ਬਾਅਦ ਚ ਬੋਲਿਓ। ਜਿਹੜਾ ਮੂਵਮੈਂਟ ਹੁੰਦੀ ਆ ਤੁਸੀਂ ਮੈਨੂੰ ਮੂਹਰੇ ਲਾ ਤਾਂ ਸਕਦੇ। ਬਿਲਕੁਲ ਅੱਜ ਤੱਕ ਜਿੰਨੀਆਂ ਬੇਬੁਨਿਆਦੀਆਂ ਹੋਈਆਂ ਕਮੇਟੀਆਂ ਬਣੀਆਂ, ਕਿਸੇ ਕਮੇਟੀ ਨੇ ਇੰਨੀ ਇਨਫੋਰਮੇਸ਼ਨ ਨਹੀਂ ਸੰਗਤ ਨੂੰ। ਬਿਲਕੁਲ ਦੂਜੀ ਗੱਲ, ਜੇ ਇੱਥੇ ਐਸਐਚਓ ਜਾਂ ਕੋਈ ਹੋਰ ਬੰਦੇ ਦੇ ਸੱਟ ਫੇਟ ਵੱਜਦੀ ਆ ਤੇ ਪ੍ਰਸ਼ਾਸਨ ਆ ਜਿਹੜਾ ਤਾਂ ਗਵਰਨਮੈਂਟ ਐਸਐਸਪੀ ਸਾਹਿਬ ਮੁਖੀ ਆ ਜ਼ਿਲ੍ਹੇ ਦੇ, ਉਹਨਾਂ ਨੂੰ ਕਹਿਣਾ ਵੀ ਆਹ ਕੀ ਹੋ ਗਿਆ। ਹਾਂਜੀ ਹਾਂਜੀ ਲਾਈਨ ਹਾਜ਼ਰ ਕਰਕੇ ਝੜਕਾ ਦਿੰਦੇ ਆ, ਬਾਈ ਜੀ ਮੈਨੂੰ ਉੱਥੇ ਝੜਕਾ ਮਾਰੀਆਂ ਗਈਆਂ। ਤੇਰੇ ਬੰਦੇ ਦੀ ਆਹ ਤਾਂ ਕਹਿਣਗੇ ਜੀ ਤੁਹਾਨੂੰ ਕਹਿਣਾ ਉਹਨਾਂ ਨੇ ਡੀਐਸਪੀ ਦੇ ਮੂੰਹ ਤੇ ਸੱਟ ਵੱਜੀ ਆ, ਉਹਦੇ ਬਲੱਡ ਨਿਕਲਦਾ, ਮੈਨੂੰ ਕਹਿੰਦਾ ਆਏ ਪੂੰਝ ਕੇ ਵੇਖੋ ਅਮਰਤਪਾਲ ਸਿੰਘ ਆਹ ਕੀ ਆ, ਕੀ ਹੋ ਗਿਆ ਇਹ। ਇਹਨੂੰ ਕਿਹਾ ਸੀ ਨਾ, ਮੈਂ ਕਿਹਾ ਜੀ ਤੁਹਾਨੂੰ ਜਵਾਨ ਦਿੱਤੀ ਸੀ, ਆਪਾਂ ਠੀਕ ਆ, ਆਪਾਂ ਨੂੰ ਜੋ ਕੁਛ ਮਿਲ ਗਿਆ। ਮੈਨੂੰ ਪਤਾ ਲੱਗ ਗਿਆ ਬੇਅਦਬੀ ਕਰਾਈ ਕਿਹਨੇ ਆ, ਕਿੱਥੋਂ ਚੱਲਿਆ, ਆਪਾਂ ਉਹਨਾਂ ਨੂੰ ਬਾਈ ਜੀ ਫਤਿਹ ਬਣਾਤੀ ਆ। ਆਪਾਂ ਨੂੰ ਗਾਂ ਤੋਂ ਕਿਸੇ ਕੇਸ 'ਚ ਮੂਹਰੇ ਲਾਉਣਾ ਹੋਇਆ ਤੇ ਮੰਨਣ ਨਹੀਂ ਭਾਜੀ ਅੱਜ ਤੈਨੂੰ ਪਤਾ ਨਹੀਂ ਬਣਾਉਣ ਦਿੰਦੇ। ਨਹੀਂ ਇਦਾਂ ਨਹੀਂ ਅਮਰਦਾਸ ਸਿੰਘ ਜੀ ਇਦਾਂ ਨਹੀਂ ਤੁਹਾਨੂੰ ਜਾਣਦੇ। ਮੇਰੀ ਬੇਨਤੀ ਸੁਣ ਲਓ, ਬੇਨਤੀ ਸੁਣ ਲਓ ਤਿਆਰੀ। ਜ਼ਿੰਮੇਵਾਰੀ ਚੱਕੋ ਨਾ। ਨਹੀਂ ਜ਼ਿੰਮੇਵਾਰੀ ਤਾਂ ਦੇਖੋ, ਜਿੰਨੇ ਸਵਾਲ ਚੱਲਦੇ ਨਾਲ ਖੜਿਆ ਜਾਂਦੇ, ਕਿਸੇ ਖੜਾ ਮੇਰੀ ਗੱਲ ਸੁਣੋ, ਕਿਸੇ ਨੇ ਇਦਾਂ ਦੀ ਹਰਕਤ ਕਰਤੀ, ਕੋਈ ਵੀ ਹਰਕਤ ਕਰਤੀ, ਕਿਸੇ ਵੀ ਤਰੀਕੇ ਨਾਲ ਕਰਤੀ, ਅਸੀਂ ਸਿੰਘ ਦੇ ਨਾਲ ਆ। ਅਸੀਂ ਜਦੋਂ ਸਾਨੂੰ ਪਤਾ ਲੱਗਿਆ ਸਿੰਘਾਂ ਦੇ ਵਿਚਾਰ ਵੀ ਤੁਹਾਡੇ ਨਾਲ ਦੇ ਸਿੰਘਾਂ 'ਚ ਵੀ ਸਬਰ ਕਰ ਲੈਂਦੇ, ਆਪਾਂ ਉਹਨਾਂ ਨੂੰ ਫੜ ਲਿਆ ਸੀਗਾ, ਤੰਬਾਕੂ ਨੂੰ ਰੋਕ ਲੈਂਦੇ, ਬਿਠਾ ਲੈਂਦੇ, ਠੀਕ ਹੈ ਨਾ, ਬਹੁਤ ਕੁਝ ਹੋ ਸਕਦਾ ਸੀਗਾ। ਪਰ ਕੀ ਪਤਾ ਕਿਹੜੇ ਮਨੋਰਥ ਨਾਲ ਸਾਹਮਣੇ ਆਇਆ, ਕੀ ਮਨੋਰਥ ਉਹਦਾ, ਕੀ ਕਰਨਾ ਉਹਨੇ, ਖਰਾਬ ਹੀ ਕਰਨਾ ਮਾਹੌਲ ਨੂੰ, ਇਹ ਚੀਜ਼ ਹੋ ਸਕਦੀ ਹੈ। ਹੁਣ ਜਿੱਥੇ ਤੁਸੀਂ ਅੱਜ ਖੜੇ ਹੋ ਇੱਥੇ ਵੀ ਆਪਾਂ ਵਿਚਾਰ ਕਰ ਸਕਦੇ ਹਾਂ, ਕੋਈ ਐਸਾ ਵੀ ਹਜੇ ਡੁੱਲੇ ਮੇਰਾ ਕहीं ਨਹੀਂ ਵਿਗੜਿਆ। ਜਦੋਂ ਮੈਨੂੰ ਪਤਾ ਸਾਰਾ ਕੋਈ ਵੀਡੀਓ ਬਣਾਈ, ਮੈਨੂੰ ਪਤਾ ਲੱਗਿਆ ਵੀਡੀਓ ਬਣਾਈ, ਵੀਡੀਓ ਬਣਾਈ ਹੈ ਬਾਬਾ ਜੀ, ਤੇ ਉਹਨੇ ਜਦੋਂ ਛਡਾਉਂਦੇ ਵੀ ਸੀਗੇ ਨਾ, ਤੇ ਉੱਪਰ ਦੀ ਜਿਹੜੇ ਬੰਦੇ ਭਾਜੀ ਦੂਜੇ ਆਏ ਸੀ ਜਿਹੜੇ ਹੁਣ ਚਲ ਗਏ ਸਿਵਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਸੀ, ਉਹਨਾਂ ਦੇ ਸੱਟ ਵੱਜ ਗਈ ਆ। ਵੱਜੀ ਆ ਬਾਬਾ ਜੀ, ਵੱਜੀ ਆ ਨਾ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਦਾ, ਇਹ ਗੱਲ ਕਲੀਅਰ ਕਰਨੀ ਸੀ ਤੁਹਾਨੂੰ ਵੀ ਜਿਹੜੀ ਇਹ ਬੇਅਦਬੀ ਮਸਲੇ ਹੈਗੇ ਆ, ਸੱਟ ਵੱਜੀ ਆ ਉਹਦੇ, ਅਸੀਂ ਭੱਜਣ ਵਾਲੇ ਬੰਦੇ ਨਹੀਂ। ਤੁਸੀਂ ਇਹ ਦੇਖੋ, ਮੈਂ ਆਹ ਸਟੇਜ ਤੋਂ ਉਤਰ ਕੇ ਸੰਗਤ 'ਚ ਖੜ ਜਾਣਾ, ਨਹੀਂ ਭਰੋਸਾ ਜੀ, ਮੈਂ ਤੁਹਾਡੇ ਸੰਗਤ ਦੇ ਵਿੱਚ ਖੜ ਜਾਣਾ। ਸਾਡੇ ਕੋਲੇ ਹੱਲ ਕੀ ਆ, ਅਸੀਂ ਸਿਰਫ ਸੜਕ ਜਾਮ ਹੀ ਕਰ ਸਕਦੇ ਆ, ਅਸੀਂ ਰੋਡ ਜਾਮ ਕਰ ਦਿਆਂਗੇ। ਜਿਹੜੀ ਇਨਫੋਰਮੇਸ਼ਨ ਮੈਂ ਤੁਹਾਨੂੰ ਕੱਢ ਕੇ ਲਿਆ ਕੇ ਦੇਤੀ, ਤੁਹਾਨੂੰ ਕਿਹਨੇ ਦੱਸਣੀ ਸੀ? ਬਿਲਕੁਲ ਭਾਈ ਦੇਖੋ, ਰੋਡ ਜਾਮ ਕਰਨਾ ਇਹ ਸਾਡੇ ਇਤਿਹਾਸ 'ਚ ਨਹੀਂ ਹੈਗਾ। ਸਾਡਾ ਇਤਿਹਾਸ ਪੜ੍ਹ ਲਓ, ਕੋਈ ਰੋਡ ਜਾਮ ਨਹੀਂ, ਕੋਈ ਧਰਨਾ ਸਾਡੇ ਕੰਮਾਂ 'ਚ ਨਹੀਂ ਹੈਗਾ, ਉਹਦੇ ਨਾਲ ਹਾਸਲ ਕੁਝ ਨਹੀਂ ਆਪਾਂ ਤਾਂ ਦੇਖੋ ਰੋਡ ਜਾਮ ਇਸ ਕਰਕੇ ਕਰਨਾ ਵੀ ਉਹਤੇ ਪਰਚਾ ਹੋਵੇ ਜਾਂ ਸਾਨੂੰ ਕੋਈ ਉਹ ਵਿਚਾਰੇ ਉਹ ਕਹਿੰਦੇ ਅਸੀਂ ਧਾਰਾ ਬਾਰੇ ਚੱਲ ਰਹੇ ਆ, ਧਾਰਾਵਾਂ ਬਾਰੇ ਵੀ ਸਾਡਾ ਉਹ ਡਿਸਕਸ ਚੱਲ ਰਹੀ ਆ। ਉੱਤੇ ਕਿੰਨੀਆਂ ਧਾਰਾ, ਹੁਣ ਚਲੋ ਇਹ ਨਹੀਂ ਤੁਹਾਨੂੰ ਬਸ ਧਾਰਾ ਵੀ ਉੱਤੇ ਵੱਧ ਤੋਂ ਵੱਧ ਜਿੰਨੀਆਂ ਲੱਗ ਜਾਣ ਉਹ ਵੀ ਸਾਡੀ ਚੱਲ ਰਹੀ ਆ। ਨਹੀਂ ਜਿਹੜੇ ਵਾਹਿਗੁਰੂ ਜੀ ਉਹਦਾ ਇੱਕ ਪਿਆਦਾ ਵਾ, ਜਿਹੜੀ ਮਾਰਗ ਤੇ ਚੱਲਿਆ ਸੀ ਅਮਰਤਪਾਲ ਸਿੰਘ, ਉਹ ਮਾਰਗ ਅਸਲੀ ਸੀਗਾ ਵੀ ਜੜ ਤੱਕ ਜਾਣ ਦੀ ਕਹਿਣ ਗੱਲ ਦਾ ਖੇਡ ਉੱਥੇ ਸੀ। ਇੱਥੇ ਬੰਦੇ ਆ ਕਿ ਉਹਦਾ ਪਤਾ ਲੱਗੇ, ਸਾਨੂੰ ਪਤਾ ਵੇਖੋ ਦਾ ਇਹ ਕਲੀਅਰ ਹੈ, ਕੋਈ ਦੋ ਨਹੀਂ। ਉਹ ਸਰਸੇ ਵਾਲੇ ਦਾ ਇੱਕ ਜਿਹੜਾ 7 ਮੈਂਬਰੀ ਕਮੇਟੀ ਦਾ ਉਹਦਾ ਮੈਂਬਰ ਦਾ ਮੁੰਡਾ ਹੈ, ਉਹ ਮੁੰਡਾ ਦੇਖੋ ਕਦੋਂ ਉਹਦਾ ਪਿਓ ਉੱਥੇ ਨਾਲ ਜੁੜਿਆ ਹੋਊ, ਕਦੋਂ ਉਹਦਾ ਵਿਸ਼ਵਾਸ ਹੋ, ਇਹ ਗੱਲ ਕਲੀਅਰ ਹੈ। ਬਾਬਾ ਜੀ ਦੁਸ਼ਮਣ ਵੀ ਉਹ ਦੁਸ਼ਮਣ ਰਣਨੀਤੀ ਘੜੂਗਾ ਹੀ, ਸਿੱਧੀ ਗੱਲ ਠੀਕ ਹੈ। ਆਪਾਂ ਨੂੰ ਰਣਨੀਤੀ ਪਹਿਲਾਂ ਕਰਨੀ ਪੈਣੀ, ਇਹ ਗੱਲ ਤੋਂ ਕੋਈ ਵੀ ਤੁਸੀਂ ਰੋਸ ਸਾਡੇ ਮਨ 'ਚ ਤੁਹਾਡੇ ਮਨ 'ਚ, ਆਪਾਂ ਇੱਥੇ ਬਹਿ ਸਕਦੇ ਹਾਂ, ਸਤਿਨਾਮ ਦਾ ਜਾਪ ਕਰ ਸਕਦੇ ਹਾਂ, ਸੋ ਕੇ ਕੀਰਤਨ ਹੋ ਰਿਹਾ ਉੱਥੇ ਵਿਹੜੇ ਜਾ ਕੇ ਬਹਿ ਸਕਦੇ ਹਾਂ, ਕੀਰਤਨ ਸੁਣਦੇ। ਦੇਖੋ ਮੇਰੀ ਨਿੱਜੀ ਰਾਏ ਹੋ ਸਕਦੀ ਆ, ਜਦ ਸਿੰਘ ਨੇ 4 ਦਿਨ ਦਾ ਟਾਈਮ ਕਹਿਤਾ ਫਿਰ ਤਾਂ ਬਾਹਲਾ ਇਕੱਤਰਤਾ ਦੀ ਲੋੜ ਵੀ ਨਹੀਂ, ਸਿੱਧੀ ਗੱਲ। ਆਪਣੇ ਦਰਸ਼ਨ ਕਰੋ, ਨਾਮ ਸਿਮਰਨ ਕਰੋ, ਠੀਕ ਹੈ ਨਾ। ਦੋ ਚੀਜ਼ਾਂ ਹੁਣ ਤੱਕ ਚੱਲਦੀਆਂ ਆ ਰਹੀਆਂ ਨੇ, 2-4 ਦਿਨ ਹੋਰ ਸਬਰ ਕਰ ਲਓ, ਜਿਹੜੀ ਆਪਾਂ ਜੜ ਤੋਂ ਖਤਮ ਕਰਨਾ ਇਹਦਾ। ਸਾਨੂੰ ਇਹ ਵਿਸ਼ਵਾਸ ਹੋਇਆ ਵੀ ਜੇ 4 ਦਿਨਾਂ 'ਚ ਤੁਹਾਡੀ ਵੀ ਤੁਸੀਂ ਸੰਤੁਸ਼ਟ ਹੋਵੋਗੇ ਤਾਂ ਠੀਕ, ਨਹੀਂ ਅਸੀਂ 4 ਦਿਨ ਦਾ ਰਿਮਾਂਡ ਹੋਰ ਲੈ ਲਵਾਂਗੇ। ਬਿਲਕੁਲ ਹੋਰ 4 ਦਿਨ ਤਾਂ ਲੈਣਾ ਨਹੀਂ, ਜਦੋਂ ਤੱਕ ਤੁਸੀਂ ਕਹੋਗੇ
ਬਾਕੀ ਇਹ ਤੁਹਾਨੂੰ ਹੁਣ ਮੈਂ ਬਾਬਾ ਜੀ 6 ਸਾਲ ਤੋਂ ਬੈਠੇ ਆ, ਪਰ ਗਾੜੀ ਕਰਕੇ ਵੀ ਬੈਠੇ ਆ। ਹਾਂ ਬੈਠੀ 4 ਦਿਨ ਨਾਲ ਹੋਰ ਵੀ ਫਰਕ ਤੁਸੀਂ ਮੈਨੂੰ ਇੱਕ ਪੈਂਦਾ। ਗੱਲ ਦੱਸੋ, ਬਰਗਾੜੀ ਵਾਲਾ ਬੇਅਦਬੀ ਮਸਲਾ, ਉਹਦੀ ਇੱਕ ਵੀ ਮੂਵਮੈਂਟ ਦੱਸੋ ਤਾਂ। ਕੁਝ ਵੀ ਨਹੀਂ ਕੁਝ ਵੀ ਹੋਇਆ ਅੱਜ ਤੱਕ ਇਹ ਨਹੀਂ ਤੁਹਾਨੂੰ ਬਾਈ ਪਤਾ ਜੀ 12 ਘੰਟੇ ਦੇ ਵਿੱਚ ਸਾਰਾ ਚਿੱਠਾ ਖੋਲ ਕੇ ਦੱਸਦਾ। ਸਿੰਘਾ ਤੇਰੇ ਨਾਲ ਤਾਂ ਕੋਈ ਇਤਰਾਜ਼ ਹੀ ਨਹੀਂ ਆ। ਨਹੀਂ ਬਾਈ ਜੀ, ਪਤਾ ਕੀ ਆ, ਉਸ ਚੀਜ਼ ਨੇ ਸਾਡੇ ਬੰਦਾ ਕੋਲੇ ਬੈਠਾ, ਸਾਨੂੰ 1 ਘੰਟਾ ਸਾਡਾ ਪਿਆ ਸੀ, ਬਿਲਕੁਲ ਇਤਰਾਜ਼ ਨਹੀਂਗਾ ਕੋਈ। ਸਾਡਾ 1 ਘੰਟਾ ਮਿਸ ਹੋ ਗਿਆ, 1 ਦਿਨ ਗਿਆ, ਕੱਲ ਨੂੰ ਰਾਤ ਆ 12 ਘੰਟੇ ਅਸੀਂ ਉਹਦੇ ਕੋਲ ਜਾ ਨਹੀਂ ਸਕਦੇ। ਅੱਜ ਦੀ ਘੜੀ ਦੇ ਵਿੱਚ ਸਿੱਖ ਲਈ 1-1 ਮਿੰਟ ਜ਼ਰੂਰੀ ਆ। ਬਿਲਕੁਲ ਤੁਸੀਂ ਸਾਡਾ 1 ਘੰਟਾ ਖਰਾਬ ਕਰਤਾ, ਜਿਹਨੇ ਵੀ ਕੀਤਾ। ਬਿਲਕੁਲ। ਹੁਣ ਤੁਸੀਂ ਮੈਨੂੰ ਇਹ ਦੱਸੋ, ਆ ਸਿੰਘ ਕਹਿੰਦਾ ਮੇਰੇ ਹੱਥ ਦੇ ਸੱਟ ਵੱਜੀ ਆ, ਵੱਜੀਆਂ ਪੁਲਿਸ ਵਾਲਿਆਂ ਦੇ ਵੀ ਆ। ਹੁਣ ਉਹ ਕੀ ਕਹਿੰਦੇ ਸੀ, ਅੱਛਾ ਦੇ ਪੁਲਿਸ ਨੇ ਪਰਚੇ ਦੇ ਵੀ ਪਰਚਾ ਦੇਣਾ, ਬੰਦੇ ਵੈਰੀਫਾਈ ਆਈਡੈਂਟੀਫਾਈ ਕਰਨੇ ਆ, ਵੇਖ ਕੇ ਪਰਚਾ ਦੇਣਾ। ਮੈਨੂੰ ਅੰਦਰ ਪਾਇਆ ਗਿਆ ਸਾਰੇ ਅਫਸਰਾਂ ਦੇ। ਹੁਣ ਉਹ ਪਰਚੇ ਦੇ ਵਿੱਚ ਮੇਰਾ ਨਾਮ ਵੀ ਆਉਂਦਾ, ਚਾਹੇ ਮੈਂ ਰੌਲਾ ਲੜਨ ਵਾਲੇ ਦੀ ਗੱਲ ਨਹੀਂ ਹੁੰਦੀ, ਲਲਕਾਰਾ ਮਾਰਿਆ ਉਹਦੀ ਗੱਲ ਹੁੰਦੀ ਹੈ। ਬਿਲਕੁਲ ਮੈਨੂੰ ਘੋਰਾ ਫਿਕਰ ਨਹੀਂ ਪਈ। ਜਿਹੜੇ ਸਿੰਘ ਨੇ ਕੀਤਾ ਥੋੜਾ ਰੋਕ ਕੇ ਕਰ ਲੈਂਦਾ ਵਧੀਆ ਗੱਲ ਸੀ। ਮੈਂ ਇਸ ਚੀਜ਼ ਦੇ ਉਲਟ ਨਹੀਂ ਹੈਗਾ, ਤੰਬਾਕੂ ਨੂੰ ਤਾਂ ਰੋਕਣ ਲਈ ਤੁਰੇ ਫਿਰਦੇ ਆ ਬਾਈ, ਅਸੀਂ ਲੜਾਂਗੇ ਨਹੀਂ, ਪਰ ਜਦ ਇੱਕ ਮੂਵਮੈਂਟ ਚੱਲੀ ਆ ਉਹਦੇ ਨਾਲ ਚੱਲਣਾ ਚਾਹੀਦਾ। ਨਹੀਂ ਇਹ ਗੱਲ ਜਦੋਂ ਕੋਈ ਗੱਲ ਕਿਸੇ ਲੈਣ ਤੇ ਪੂਰੀ ਹੋਵੇ ਨਾ, ਦੇਖੋ ਗੱਲ ਸੱਚਾਈ ਆ, ਉਸ ਮੌਕੇ ਲਿਕਾ ਲਾਉਣ ਵਾਲੇ ਇਹ ਨਹੀਂ ਤੁਸੀਂ ਉਹ ਤੁਹਾਡੇ ਬੂਥ 'ਚ ਹੀ ਹੋ ਸਕਦੇ ਨਹੀਂ, ਹੁਣ ਤੁਸੀਂ ਕਿੱਥੇ ਖੜੇ ਹੋ, ਕੀ ਸਟੈਂਡ ਕਰਦੇ ਹੋ? ਕਮੇਟੀ ਤੁਹਾਡੀ ਹੁਣ ਇਸ ਤੋਂ ਬਾਹਰ ਕੀ ਗੱਲਬਾਤ ਸਾਰਾ ਉਹ ਦੱਸੋ। ਇਹ ਆ ਬੇਨਤੀ ਇਹ ਆ ਵੀ ਆਪਾਂ ਨੂੰ ਸਾਰਿਆਂ ਨੂੰ, ਯਾਨੀ ਕਿ ਆਪਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਸੱਚੀ ਮੁੱਚੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ, ਸਾਡੇ ਪੰਥ ਨਾਲ ਤੇ ਸਾਡੇ ਤਖ਼ਤ ਸਾਹਿਬ ਨਾਲ ਪਿਆਰ ਹੈ ਨਾ, ਤਾਂ ਘੱਟੋ ਘੱਟ ਆਪਸੀ ਜਿਹੜਾ ਪਿਆਰ ਹੈ ਨਾ ਉਹ ਜ਼ਰੂਰ ਬਣਾਈਏ ਆਪਾਂ। ਬਿਲਕੁਲ ਇੱਕ ਮਿੰਟ ਤਾਂ ਜਿੱਥੇ ਵੀ ਆਪਾਂ ਖੜੇ ਉਹ ਤੋਂ ਬਿਨਾਂ ਗੱਲ ਹਾਂ, ਨਹੀਂ ਜਿਹੜੇ ਬਣਨੀ। ਮਰਜ਼ੀ ਉਹ ਰੂਪ 'ਚ ਹੈ, ਆਪਦਾ ਪਿਆਰ ਜ਼ਰੂਰ ਬਣਾਓ। ਜੇ ਕੋਈ ਸ਼ਰਾਰਤ ਕਰਦਾ ਤਾਂ ਉਹਨੂੰ ਸਮਝਾਓ ਵੀਰ, ਕਿਉਂਕਿ ਮੈਨੂੰ ਅੱਜ ਦਿਨੇ 4-5 ਜਣਿਆਂ ਨਾਲ ਇਹ ਵਿਚਾਰ ਕਰਨੀ ਪਈ। ਮੈਨੂੰ ਵੀ ਮਤਲਬ ਪਤਾ ਨਹੀਂ ਕੀ ਪਤਾ ਕਿਸੇ ਨੇ ਬੋਲਿਆ ਹੋਣਾ ਵੱਧ ਘੱਟ, ਤੇ ਮੈਂ ਮਿਹਨਤ ਕਰਕੇ 3-4 ਜਣਿਆਂ ਨੂੰ ਬੇਨਤੀ ਕੀਤੀ ਯਾਰ ਆਪਾਂ ਆਪਸ 'ਚ ਇਹ ਨਾ ਬੋਲੀ ਗਏ। ਨਹੀਂ ਨਹੀਂ ਬਾਬਾ ਜੀ ਤੁਸੀਂ ਇਹ ਆਪਾਂ ਇਹ ਯਕੀਨੀ ਬਣਾਈਏ ਵੀ ਆਪਾਂ ਜਿੰਨੇ ਖੜੇ ਆ ਇੱਥੇ ਸੰਗਤ ਤੁਸੀਂ ਸਹਿਮਤ ਹੋ ਸੰਗਤ ਜੀ? ਅੰਮ੍ਰਿਤਪਾਲ ਸਿੰਘ ਨੂੰ ਸੁਣਿਆ, ਸਹਿਮਤ ਹੋ ਸਾਰੇ? ਨਾਲ ਖੜੇ ਹੋ, ਕੋਈ ਸਵਾਲ ਤਾਂ ਨਹੀਂਗਾ ਹੁਣ? ਨਾ ਜੀ। ਠੀਕ ਹੈ ਨਾ, ਕੋਈ ਕਿੰਤੂ ਹੈਗੀ ਆ? ਹੁਣ ਦੱਸ ਦਿਓ। ਹੁਣ ਕਿਸੇ ਵੀ ਕਾਰਵਾਈ ਨੈਕਸਟ ਹੋਗੀ, ਜੋ ਚੀਜ਼ ਹੋਗੀ ਵਾਹਿਗੁਰੂ ਹੋਗੀ, ਤਾਂ ਹੁਣ ਅਗਲੀ ਕਾਰਵਾਈ ਦੇ ਸਮਾਂ ਦਿੱਤਾ ਸਿੰਘ ਨੂੰ, ਜਾਂ ਜਿੱਦਾਂ ਵੀ ਮੂਵਮੈਂਟ ਆ ਹੁਣੇ ਦੱਸਣਗੇ ਅਗਲੀ ਕਾਰਵਾਈ ਦਾ। ਸਬਰ ਦੀ ਗੱਲ ਹੁੰਦੀ ਹੈ ਬਾਈ। ਜਦੋਂ ਸਿਰ ਤੇ 50 ਲੱਖ ਰੁਪਈਆ ਹੋਵੇ, ਉਦੋਂ ਜਿਹਦੇ ਸਿਰ ਤੇ 2 ਕਰੋੜਾਂ ਨੂੰ ਵੇਖ ਕੇ ਜਾਣਾ ਪੈਂਦਾ ਵੀ ਯਾਰ ਮੇਰੇ ਨਾਲੋਂ ਕਿੰਨੇ ਆ। ਬਸ ਆ ਲਾਸਟ ਗੱਲ, ਜਿਹਦੇ ਸਿਰ ਤੇ ਇੰਨੇ ਪੈਸੇ ਆ ਫਿਰ ਛੋਟੇ। ਇੱਕ ਲਖਾਰੀ ਸੀ, ਉਹਨੇ ਝੁੱਗੀਆਂ 'ਚ ਜਾ ਕੇ ਕੋਠਾ ਪਾਲਿਆ। ਉਹਨੂੰ ਉਹਦਾ ਯਾਰ ਦੋਸਤ ਮਿਲਿਆ, ਕਹਿੰਦਾ ਯਾਰ ਤੂੰ ਝੁੱਗੀਆਂ ਝੌਂਪੜੀਆਂ 'ਚ ਕਾਹਤੋਂ ਰਹਿਣਾ? ਕਹਿੰਦਾ ਮੈਂ ਕੋਲੇ 2 ਲੱਖ ਰੁਪਈਆ ਸੀ, 2 ਲੱਖ ਦਾ ਕਮਰਾ ਪਾ ਰਿਹਾ। ਕਹਿੰਦਾ ਕਿਉਂ ਝੁੱਗੀਆਂ ਝੌਂਪੜੀਆਂ 'ਚ ਕਿਉਂ? ਕਹਿੰਦਾ ਆਹ ਸਾਰੇ ਲੋਕਾਂ 'ਚ ਮੈਂ ਤਕੜਾ, ਮੈਂ ਤਕੜਾ, ਮੈਨੂੰ ਮਾਣ ਆ। ਜਦੋਂ ਸਾਡੀ ਬਰਗਾੜੀ ਬੇਅਦਬੀ ਹੋਈ ਆ, ਸਾਨੂੰ ਤਾਂ ਸਾਡੇ ਮਹਾਰਾਜ ਦਾ ਸਰੂਪ ਵੀ ਪੂਰਾ ਨਹੀਂ ਮਿਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਅਗਨ ਭੇਟ ਕੀਤਾ ਗਿਆ, ਜੋੜੀਆਂ। ਅਸੀਂ ਉੱਥੇ ਇਹ ਸਬਰ ਨਹੀਂ ਹੈਗਾ, ਅਸੀਂ ਮਨ ਸਮਝਾਉਣਾ ਗਾਂ ਰਣਨੀਤੀ ਕੀ ਕਰਨੀ ਆ। ਰਣਨੀਤੀ ਗਰਾਊਂਡ 'ਚ ਖੇਡਣਾ, ਗਰਾਊਂਡ ਲੈਵਲ ਤੇ ਉਹ ਚੀਜ਼ ਨੂੰ ਇੱਕ ਪਾਸੇ ਰੱਖਣਾ ਪੈਣਾ। ਉਹ ਮੰਨੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸੀਂ ਉਹਨਾਂ ਦਾ ਹੀ ਸੰਸਕਾਰ ਕਰਨਾ ਸੀ, ਇਹ ਆ ਵੀ ਉਹਨਾਂ ਦਾ ਉੱਥੇ ਹੀ ਹੋ ਗਿਆ। ਮਨ ਨੂੰ ਸਮਝਾਉਣ ਦੀ ਗੱਲ, ਜਿਹੜੀ ਇੱਥੇ ਬੀੜੀ ਸਿੱਟੀ ਗਈ ਆ, ਉਹ ਮਹਾਰਾਜ ਦੀ ਤਾਬਿਆ ਨਹੀਂ ਸਿੱਟੀ ਗਈ ਜੀ। ਹੋਈ ਮਾੜੀ ਗੱਲ ਆ, ਮਨ ਸਮਝਾਉਣ ਦੀ ਗੱਲ ਕਰਦੇ ਆ। ਜਿਹੜੀਆਂ ਪਿੱਛੇ ਵੀ ਆਦਮੀਆਂ ਹੋਈਆਂ, ਉਹਨਾਂ ਤੋਂ ਘੱਟ ਵੀ ਨਹੀਂ ਹੈਗੀ, ਪਰ ਕੋਈ ਅਸੀਂ ਕਹਿ ਵੀ ਨਹੀਂ ਸਕਦੇ ਇੰਨਾ ਵੀ ਅਸੀਂ ਹਜੇ ਰੁਕ ਵੀ ਨਹੀਂ ਸਕਦੇ, ਸਬਰ ਵੀ ਨਹੀਂ ਕਰਦੇ। ਪਰ ਸਬਰ ਇੱਥੋਂ ਤੱਕ ਵੀ ਨਹੀਂ ਕਰਨਾ ਵੀ ਸਾਡੇ ਤਾਕਤ ਤੋਂ ਚੜ ਜਾਣ। ਜਿੰਨਾ ਚਿਰ ਤੀਜੀ ਵਾਰੀ ਗੱਲ ਕਹਿਣ ਲੱਗ ਗਿਆ 2 ਦਿਨਾਂ ਦੇ ਵਿੱਚ, ਜਿੰਨਾ ਚਿਰ ਹਰੇਕ ਨੇ ਬਾਣਾ ਨਹੀਂ ਪਾਉਂਦਾ, ਗਾਤਰੇ ਕਿਰਪਾਨ ਨਹੀਂ ਆਉਂਦੀ, ਬਾਣੀ ਦਾ ਪਹਿਰਾ ਨਹੀਂ ਆਉਂਦਾ, ਉਹਨਾਂ ਟਾਈਮ ਬਾਈ ਜੀ ਇਹ ਹੋਣਾ ਇਕੱਠ ਕਿੰਨਾ ਕੁ ਟਾਈਮ ਕਰੀ ਚੱਲੋਗੇ, ਕਮੇਟੀਆਂ ਕਿੰਨੀਆਂ ਕੁ ਬਣਾਓਗੇ? ਇਸ ਚੀਜ਼ ਨੂੰ ਭੁੱਲ ਨਹੀਂ ਸਕਦੇ। ਸਬਰ ਦੇ ਵਿੱਚ ਰੱਖ ਕੇ ਹੁਣ ਗਾਂ ਕੀ ਕਰਨਾ ਸਿੰਘੋ, ਇਹ ਤੁਹਾਨੂੰ ਸੋਚਣਾ ਪੈਣਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੂੰ ਨਮਸਤਕ ਹੁੰਦੇ ਆ, ਤਖਤ ਸਾਹਿਬ ਤੇ ਜਾਂਦੇ ਆ, ਬਾਈ ਜੀ ਕੋਈ ਬੰਦਾ ਹੈਗਾ ਜਿਹੜਾ ਘੰਟਾ ਵੀ ਰੁਕਦਾ ਹੋਵੇ, ਉਹ ਨੇੜੇ ਤੇੜੇ ਦੇ ਨੂੰ ਇਹ ਚਾਹੀਦਾ ਵੀ ਵਿਹਲੇ ਵੀ ਤਾਂ ਤੁਰੇ ਫਿਰਦੇ, ਸ਼ਰਮ ਆਉਂਦੀ ਆ ਕਿਸੇ ਕੁੜੀ ਪਿੱਛੇ ਗੇੜਾ ਮਾਰਨਾ, ਟਾਈਮ ਨਹੀਂ ਲੰਘਣ ਦਿੰਦੇ। ਤੇ ਯਾਰ ਜੇ ਮਹਾਰਾਜ ਦਾ ਸੁੱਖ ਆਸਣ ਜਾਂ ਪ੍ਰਕਾਸ਼ ਹੋਣਾ, ਘੱਟੋ ਘੱਟ 10-15 ਸਿੰਘ ਸ਼ਾਸਤਰਧਾਰੀ ਤੇ ਖੜੇ ਤਾਂ ਹੋਣ।
ਤੁਸੀਂ ਇੱਕ ਗੱਲ ਵੇਖੋ, ਮੈਂ ਸਟੇਜ ਤੇ ਖੜਾ, ਕੋਈ ਬੰਦਾ ਆ ਕੇ ਮੇਰੇ ਮੂੰਹ ਤੇ ਚਪੇੜ ਮਾਰੇ, ਤੁਸੀਂ ਉਹਨੂੰ ਛੱਡ ਦੋਗੇ? ਨਹੀਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਟੋਟੇ ਕਰਦੇ, ਹਜੇ ਤੱਕ ਉਹ ਬਾਹਰ ਫਿਰਦੇ। ਕੀ ਬਰਗਾੜੀ ਵਾਲੇ ਕੇਸ ਵਾਲੇ ਬੰਦੇ ਬਾਹਰ ਨਹੀਂ ਆਏ ਹਜੇ? ਇੱਥੇ ਤੁਸੀਂ ਭੜਕਾ ਮਾਰ ਦਾਂਗੇ ਤੇ ਉਹ ਬੰਦੇ ਸਾਰੇ ਬਾਹਰ ਫਿਰਦੇ ਆ। ਸਾਡੀ ਇਸ ਜ਼ਿੰਦਗੀ ਦੀ ਅਹਿਮੀਅਤ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਧ ਕਰਤੀ ਤੁਸੀਂ ਲੋਕਾਂ ਨੇ। ਇੱਥੇ ਤੁਸੀਂ ਬਾਦਲ ਜਾਂ ਕੈਪਟਨ ਦੇ ਵਿਰੁੱਧ ਧਰਨਾ ਦਿਓ, ਸਾਨੂੰ ਉਹਦੇ ਚੱਕ ਕੇ ਅੰਦਰ ਲਾ ਦੇਣ ਜਿੰਦਾ। ਇੱਧਰ ਬੇਅਦਬੀ ਹੋ ਗਈ, ਕੋਈ ਗੱਲ ਕੋਈ ਹੋਇਆ ਹੱਲ? ਇੱਕ ਮਿੰਟ, ਜੇ ਇੱਥੇ ਮਤਲਬ ਕਿਸੇ ਰਾਜਨੀਤਿਕ ਦਾ ਹੁੰਦਾ ਤੇ ਪੜ ਕੇ ਨੂੰ ਪੁਤਲੇ ਫੂਕਣ ਵਾਲੇ ਦੀਆਂ ਟਰਾਲੀਆਂ ਭਰੀਆਂ ਹੋਣੀਆਂ ਸੀ। ਜੀ ਸੱਚ ਇਹ ਆ। ਬਾਬਾ ਜੀ ਤੁਹਾਡੀ ਗੱਲ ਕਰਦਾ, ਇੱਕ ਮਿੰਟ ਮੇਰੀ ਬੇਨਤੀ ਸੁਣ ਲਓ। ਜਿਹੜੀ ਗੱਲ ਕਰਦਾ ਹਰਪਾਲ ਸਿੰਘ ਦੀ ਗੱਲ ਇਦਾਂ ਵਾ ਕਿ ਇਹ ਮੂਵਮੈਂਟ ਚੱਲੀ ਸੀ ਸਾਡੇ ਨਗਰ ਖੇੜੇ ਗਲੀ ਮਹੱਲੇ ਦੇ ਗੁਰਦੁਆਰਿਆਂ ਤੋਂ। ਗੁਰਦੁਆਰੇ ਦਾ ਪਿੰਡਾਂ 6 ਨੇ, ਕੋਈ ਮਰਿਆਦਾ ਨਹੀਂ ਹੈਗੀ। ਪੰਜ ਸਿੰਘ ਕਮੇਟੀ ਚੁਣਦੇ ਆ। ਤੁਹਾਨੂੰ ਵੀ ਪਤਾ ਹੋਣਾ ਪਿੰਡਾਂ ਦੇ ਵਿੱਚ ਗੈਰ ਅੰਮ੍ਰਿਤਧਾਰੀ ਬਹੁਤ ਨੇ, ਸ਼ਹਿਰਾਂ ਵਿੱਚ ਨੇ। ਜਿੱਥੋਂ ਚੱਲਣਾ ਸੀ, ਜਿੱਥੋਂ ਪ੍ਰਚਾਰ ਦੀ ਮੂਵਮੈਂਟ ਚੱਲਣੀ ਸੀ, ਬੰਦਾ ਨਗਰ ਦੇ ਖੇੜੇ ਦੇ ਗੁਰਦੁਆਰੇ 'ਚ 10 ਮਿੰਟ ਨਹੀਂ ਬੈਠਦਾ। ਇੱਥੇ ਆ ਕੇ ਕਿੱਥੇ ਬੈਠੂਗਾ ਉਹ? ਬਿਲਕੁਲ। ਪਰ ਵੇਖੋ ਤੁਸੀਂ ਅੱਜ ਆਏ ਆ, ਇਹ ਕੱਲ ਦੇ ਅਸੀਂ ਸਿੰਘ ਆਏ ਆ, ਕੱਲ ਦੇ ਆਏ ਆ, ਇੱਥੇ ਅਸੀਂ 50 ਬੰਦੇ ਨਹੀਂ ਸੀ। ਸੱਚ ਇਹ ਆ, ਬਿਲਕੁਲ ਦੁੱਖ ਹੈ ਇਹ। ਬਿਲਕੁਲ ਤੁਸੀਂ ਕਿਸੇ ਰਾਜਨੀਤਿਕ ਦੀ ਕੋਈ ਜਾਂ ਕਿਸੇ ਦੀ ਰੈਲੀ ਜਾਂ ਕੁਝ ਹੋਵੇ, ਅਸੀਂ ਭੱਜੇ ਤੁਰੇ ਜਾਂਦੇ ਹਾਂ। ਬਿਲਕੁਲ ਜੀ ਬਿਲਕੁਲ। ਗੁਰੂ ਸਾਹਿਬ ਦੀ ਬੇਅਦਬੀ ਨੂੰ ਅਸੀਂ ਕਹਿਣ ਨੂੰ ਵੇਖੋ, ਸੱਚ ਇਹ ਮੰਨਣਾ ਪਊਗਾ। ਅਸੀਂ ਬਾਬਾ ਜੀ ਫੇਸਬੁੱਕ ਤੇ ਪੋਸਟਾਂ ਪਾ ਦਿਆਂਗੇ, ਅਸੀਂ ਫਲਾਨਾ ਕਰ ਦਿਆਂਗੇ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇੱਕ ਸਿਰਫ ਆਪਣੇ ਮਕਸਦ ਲਈ ਵਰਤ ਰਹੇ ਹਾਂ। ਉਹਦਾ ਨਾਮ ਸਾਨੂੰ ਕੋਈ ਪਿਆਰ। ਜਿਹੜਾ ਅੱਜ ਬੰਦਾ ਤੰਬਾਕੂ ਲਗਾਉਣ ਦਾ ਸੌਦਾ ਲਾਇਆ, ਤੁਸੀਂ ਉਹਦਾ ਤੰਬਾਕੂ ਲਾਉਂਦਾ ਹੀ ਸੌਦਾ ਲਾਇਆ, ਜੈ ਜੀ ਗੱਲ ਕਾਹਤੋਂ ਲਾਇਆ? ਤੇ ਸਿੰਘ ਹਾਜ਼ਰ ਸੀ। ਜੇ ਸਿੰਘਾਂ ਦੀ ਹਾਜ਼ਰੀ 'ਚ ਇਹ ਕੰਮ ਹੋ ਸਕਦਾ ਤੇ ਸਿੰਘ ਹਾਜ਼ਰ ਲਾਜ਼ਮੀ ਚਾਹੀਦਾ। ਲਾਜ਼ਮੀ ਚਾਹੀਦਾ, ਦੱਸ ਸਭ। ਤੁਸੀਂ ਮੈਨੂੰ ਇੱਕ ਗੱਲ ਦੱਸੋ, 5 ਜ਼ਿਲ੍ਹਿਆਂ ਦੇ ਵਿੱਚ ਅੱਜ ਦੇ ਦਿਨ ਬੇਅਦਬੀ ਹੋ ਗਈ। ਹੁਣ 10 ਵਜੇ 5 ਜ਼ਿਲ੍ਹਿਆਂ 'ਚ ਬੇਅਦਬੀ ਹੋਣੀ ਆ। ਮੈਂ ਕਿੱਥੇ ਕਿੱਥੇ ਜਾਊਂਗਾ ਬਈ? ਇਹਨੇ ਹਰੇਕ, ਮੈਂ ਉਹੀ ਕਹਿਣਾ, ਹਰੇਕ ਨਗਰ ਦੇ ਹਰੇਕ ਵਿੱਚ ਨਗਰ 'ਚ ਨਹੀਂ ਜਾ ਸਕਦੇ। ਅਸੀਂ ਕੱਲ ਤਾਂ ਸਾਹਿਬ ਤੋਂ, ਸ੍ਰੀ ਦਰਬਾਰ ਸਾਹਿਬ ਤੋਂ ਆਪਾਂ ਨੂੰ ਸਨਮਾਨਿਤ ਕੀਤਾ ਗਿਆ। ਅਸੀਂ ਸਨਮਾਨਿਤ ਲੈ ਕੇ ਤੇ ਮੈਂ ਕਿਹਾ ਚੱਕ ਯਾਰ ਫੋਨ ਅੱਜ ਕਰਤਾ ਬੰਦ, ਹੁਣ 2 ਮਹੀਨੇ ਰੈਸਟ ਕਰਨੀ ਆ, ਬਾਣੀ ਪੜ੍ਹਨੀ ਆ ਹਜ਼ੂਰ ਸਾਹਿਬ ਜਾ ਕੇ। ਬੰਦ ਕਰਨ ਹੀ ਲੱਗਾ ਸੀ, ਮੈਸੇਜ ਮਿਲ ਗਿਆ ਵੀ ਇੱਥੇ ਬੇਅਦਬੀ ਹੋ ਗਈ। ਆ ਗਏ ਆ ਪਰਸੋਂ ਦੇ ਇਸੇ ਬਾਣੇ 'ਚ, ਇਸੇ ਕਚਹਿਰੇ 'ਚ, ਇਸੇ ਗਮਾਲੇ ਦੇ ਵਿੱਚ ਹੈਗੇ ਬਈ। ਕਾਹਤੋਂ? ਜੇ ਤੁਸੀਂ ਆਹ ਮੂਵਮੈਂਟ ਆਹ ਕਰਨੀ, ਸਾਡੀ ਹਿਲਜੁਲ ਦੇ ਵਿੱਚ ਤੁਸੀਂ ਦਖਲਅੰਦਾਜ਼ੀ ਦੇਣੀ ਆ ਬਾਈ ਜੀ, ਆਪਣੇ ਤੋਂ ਇਹ ਨਹੀਂ। ਜ਼ਿੰਮੇਵਾਰੀ ਪੰਥ ਦੀ ਆ, ਬਹੁਤ ਵੱਡੀ ਆ। ਸਾਡੇ ਪਿਓ ਦੀ ਗੱਲ ਆ, ਅਸੀਂ ਕਿਵੇਂ ਹੱਲ ਕਰ ਦਾਂਗੇ ਇਸ ਚੀਜ਼ ਦਾ? ਠੀਕ ਆ, ਦੇਖੋ ਮੈਂ ਤੁਹਾਨੂੰ ਦੱਸਦਾ, ਮੈਂ ਆਪਦੀ ਇਹ ਜਿਹੜੀ ਇਨਕੁਆਇਰੀ ਕਰੀ ਜਾਊਂਗਾ ਆਪਦੇ ਪੱਧਰ ਤੇ। ਅਸੀਂ ਇਹਦੇ ਤੇ ਐਕਸ਼ਨ ਵੀ ਲੈ ਲਾਂਗੇ। ਰਾਹ 3 ਨਿਕਲੇ ਸੀ। ਪਹਿਲਾ ਰਾਹ ਸਾਡਾ ਚੁੱਪ ਦਾ ਸੀ, ਅਸੀਂ ਉੱਥੇ ਕੋਈ ਸਾਲ ਜਾਬ ਨਹੀਂ ਕਰਨਾ, ਉਹਦੇ ਤੇ ਜਿਹੜੀ ਮਾੜੀ ਮੋਟੀ ਧਾਰਾ ਲੱਗਦੀ ਉਹ ਲੱਗੇ ਤੇ ਛੇਤੀ ਬਾਹਰ ਆਵੇ ਸਿੰਘ ਸੌਦਾ ਕਰਾਉਣ, ਜਿਹੜੀ ਮੇਨ ਗੱਲ। ਦੂਜੀ ਸੀ ਉਹਦੇ ਤੇ UAP ਲਵਾਉਣ ਨੂੰ ਫਿਰਦੇ ਆ, ਪੱਕਾ ਹੀ ਅੰਦਰ ਰਵੇ। ਹਾਂਜੀ, ਉਹਦੇ ਨਾਲ ਸਾਨੂੰ ਇਹ ਆ ਵੀ ਗਾਂ ਜਦੋਂ ਕੋਈ ਕਰੂਗਾ ਉਹ ਗਾਂ ਬਣੂਗਾ, ਮਤਲਬ ਬਣ ਕੀ ਪਤਾ ਇਹਦੇ ਪਿਤਾ ਜੀ ਜਾਂ ਬਾਕੀ ਹੋਰ ਵੀ ਕੋਈ ਕੀਤੀ ਹੋਣ। ਅੱਜ ਆਪਾਂ ਨੂੰ ਮੇਰੇ ਥਰੂ ਨੂੰ ਪਤਾ ਲੱਗਿਆ ਹੋਰ ਵੀ ਕੋਈ ਕੀਤੀ ਹੋਣ। ਮੇਰੇ ਵੀ ਇਹਨਾਂ ਨੇ ਆਪਣੇ UAP ਦਾ ਮਤਲਬ ਦੇਸ਼ ਧਰੋਹੀ ਨਹੀਂ ਹੁੰਦਾ, ਉਹ ਕਿਸੇ ਵੀ ਧਰਮ ਦੇ ਵਿੱਚ ਚੱਲਣ ਦੀ ਗੱਲ ਨਹੀਂ। ਇਹ ਹੋ ਜੂ ਨਾ ਫਿਰਕੂ, ਮਤਲਬ ਆਪਸ ਵਿੱਚ ਹਿੰਦੂ ਸਿੱਖ ਜਾਂ ਦੰਗੇ ਫਸਾਦ ਕਰਾਓ ਇੱਕ ਅਵਾਰਡ ਦੇ ਲਈ। ਇਹਦੇ ਨਾਲ ਇਹ ਬੇਅਦਬੀ ਕਰਕੇ ਜਾਨੀ ਸੰਸਦੇ ਵਾਲਾ ਇੱਕ ਵੱਖਰਾ ਧਰਮ ਹੋ ਗਿਆ, ਗਿਣਤੀ 'ਚ ਆ ਗਿਆ ਹੁਣ। ਕਹਿਣ ਦਾ ਮਤਲਬ ਨਹੀਂ, ਉਹ ਨਹੀਂ ਵੀ ਇਹਦੇ ਨਾਲ ਬੇਅਦਬੀ ਕਰਕੇ ਸਿੱਖਾਂ 'ਚ ਦੰਗੇ ਫਸਾਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਮੈਂ ਚਲੋ ਤੁਹਾਡੀ ਇਕੱਤਰਤਾ ਦੀ ਗੱਲ ਮੈਂ ਕਰਦਾ ਵੈਗਰੂ, ਤੁਹਾਡੀ ਗੱਲ ਇਕੱਤਰਤਾ ਤੁਸੀਂ ਕਹਿੰਦੇ ਨਾ, ਆਪਣੇ ਆਪਾਂ ਛੋਟੀ ਗੱਲ ਕਰ ਲਈ। 50,000 ਦੇ ਕਰੀਬ ਗੁਰਦੁਆਰੇ ਹੋਣੇ ਆ ਪੰਜਾਬ ਦੇ ਵਿੱਚ। ਆਪਾਂ ਘਾਟੀ ਦਾ ਆਪਾਂ ਨਾ ਖਤਮ ਕਰ ਲੈਣ ਦਿਓ। ਮੈਂ ਤੁਹਾਡੇ ਵਿੱਚ ਬਹਿਣਾ, ਇਹਨਾਂ ਨੂੰ ਜਾਣ ਦੇ। ਬਿਲਕੁਲ ਸਹੀ। ਬਹੁਤ ਬਹੁਤ ਧੰਨਵਾਦ। ਅਸੀਂ ਦੇਖੋ ਸ਼ੌਕ ਆ ਸਾਨੂੰ ਸਭ ਨੂੰ ਜਿੱਥੇ ਬੁੱਲੜਬਾਜ਼ੀ ਕਰਦੇ ਆਪਾਂ ਕੋਸ਼ਿਸ਼ ਨਾ, ਕੋਈ ਵੀ ਪ੍ਰੇਮ ਨਾਲ ਬੈਠੋ, ਇੱਥੇ ਬੈਠੋ, ਡਾਕਟਰ ਸਾਹਿਬ ਦੇ ਬੈਠੋ, ਲੰਗਰ 'ਚ ਬੈਠੋ, ਕਮਰੇ ਚਾਹੀਦਾ ਅਸੀਂ ਉਹ ਕਹਿ ਦਿੰਦੇ ਆ ਕਮਰੇ 'ਚ ਬੈਠੋ, ਹਨਾ। ਜੇ ਕੋਈ ਕਰਦਾ ਤਾਂ ਉਹਦਾ ਆਪਾਂ ਹੀ ਆਪਸ ਵਿੱਚ ਪਿਆਰ ਨਾਲ ਖਿਆਲ ਕਰੀਏ। ਬਿਲਕੁਲ ਸਿਰ ਵੀ ਬੜੇ ਆਉਂਦੇ। ਬਿਲਕੁਲ ਚਲੋ ਠੀਕ ਹੈ, ਅਸੀਂ ਹੁਣ ਆਪਾਂ ਆਏ ਹਾਂ ਬੇਅਦਬੀ ਮਾਮਲੇ ਦੇ ਵਿੱਚ ਹੀ ਆਏ ਹਾਂ ਨਾ। ਜੇ ਹੁਣ ਆਪਣੇ ਕੱਲ ਨੂੰ ਹੁਣ ਜਿੱਦਾਂ ਅੱਜ ਤੁਹਾਡੇ ਸਾਹਮਣੇ ਜਿਹੜੇ ਮਾਮਲਾ ਨੇ ਉਹ ਠੰਡਾ ਨਹੀਂ ਹੋਇਆ, ਆ 3 ਹੋਰ ਹੋ ਗਏ, ਆ ਗਏ ਬੰਦੇ ਨੇ ਇੱਥੇ ਆ ਕੇ ਕਰ ਗਿਆ। ਇਹਦਾ ਮਤਲਬ ਸਾਨੂੰ ਇਹ ਤਾਂ ਚਾਹੀਦਾ ਲਿਆ ਵੀ ਕਮੇਟੀ ਵਾਲਿਆਂ ਨੂੰ ਕਹਿਣਾ, ਠੀਕ ਹੈ। ਅਸੀਂ ਕਮੇਟੀ ਵਾਲਿਆਂ ਨਾਲ ਗੱਲ ਕਰੀ ਜਾਂਦੇ ਸੀ। ਹੁਣ ਵੇਖੋ ਜਿਹੜੇ ਬੰਦਿਆਂ ਦੇ ਸੱਟ ਵੱਜੀ ਆ, ਮਾਰੀ ਆ, ਅਸੀਂ ਜਾਇਜ਼ ਆ, ਮਾਰਨੀ ਚਾਹੀਦੀ ਆ, ਪਰ ਕਾਨੂੰਨ ਦੀ ਕੇਸ ਤਾਂ ਬਣੂਗਾ ਨਾ। ਹੁਣ ਇਹ ਜਿਹੜਾ ਕੰਮ ਹੋਣਾ ਹੀ ਹੋਣਾ ਸੀ। ਹੁਣ ਸਾਡੀ ਮੀਟਿੰਗ ਅਫਸਰਾਂ ਨਾਲ ਵੀ ਆ, ਕੀ ਕਵਾਂਗੇ ਬਾਈ ਜੀ, ਸਾਡੇ ਪੰਥ ਦੀ ਗੱਲ ਆ। ਭਾਈ ਸਾਹਿਬ ਧਿਆਨ ਭਟਕਾਉਣਾ, ਧਿਆਨ ਭਟਕਾਉਣਾ ਤੁਸੀਂ ਆਪਣੇ ਕੰਮ ਵੱਲ ਲੱਗੋ। ਜਿਹੜਾ ਤੁਹਾਨੂੰ ਜ਼ਿੰਮੇ ਦਿੱਤੀ ਆ ਕੌਮ ਨੇ, ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਸਮਝ ਲਓ ਬਾਈ ਜੀ।
ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਟਾਈਮ ਹੁੰਦਾ ਸਾਡੇ ਕੋਲੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਮੈਂ ਇੱਥੇ ਆਇਆ ਕਰੂੰਗਾ, ਇੱਥੇ ਨਹੀਂ ਰਹਿਣਾ। ਜਿਹੜੇ ਮੇਰੇ ਨਾਲ ਸਿੰਘ ਆਏ ਗੱਡੀਆਂ ਚੱਕੋ ਨਿਕਲੋ ਇੱਥੇ। ਕਿਸੇ ਤੇ ਕੋਈ ਯਕੀਨ ਨਹੀਂ ਬਾਈ ਜੀ, ਸਾਨੂੰ ਪਰਛਾਵੇਂ ਤੇ ਯਕੀਨ ਨਹੀਂ। ਹੁਣ ਆਏ ਸੀਗੇ ਮੇਰੇ ਪਿੱਛੇ ਸੀ ਪਰਛਾਵਾਂ, ਹੁਣ ਗਾਂ ਕਰਨਾ ਨਹੀਂ ਚਾਹੀਦਾ। ਕਰੀ ਵੀ ਨਾ ਵੀਰੇ, ਕਰੀ ਵੀ ਨਾ, ਤੈਨੂੰ ਉਦੋਂ ਵੀ ਕਿਹਾ ਸੀ। ਚਲੋ ਵਾਹਿਗੁਰੂ ਜੀ ਕਾ ਖਾਲਸਾ।